ਗੱਲਾਂ ਉੱਤੇ ਕਮਾਂਡ, ਸ਼ਬਦਾਂ ਉੱਤੇ ਕਮਾਂਡ ਬਹੁਤ ਚੰਗੀ ਹੈ ਨਵਜੋਤ ਸਿੰਘ ਸਿੱਧੂ ਦੀ, ਪਰ ਇਸ ਵੇਲੇ ਮੌਕਾ ਹੈ, ਇਸ ਵੇਲੇ ਲੋੜ ਹੈ, ਇਸ ਵੇਲੇ ਸਮਾਂ ਹੈ ਕਿ ਪੂਰੀ ਕਮਾਂਡ ਆਪਣੇ ਹੱਥ ਦੇ ਵਿੱਚ ਲਈ ਜਾਵੇ। ਸਰ ਠੀਕ ਕਿਹਾ ਜਾਂ ਗਲਤ? ਠਾਕੁਰ ਸਾਹਿਬ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਔਰ ਇਹ ਸਵਾਲ ਪਹਿਲਾਂ ਵੀ ਕੀਤਾ ਹੈ। ਕੋਈ ਮੈਨੂੰ ਇਹ ਦੱਸੇ ਕਿ ਪੰਜਾਬ ਨੂੰ ਇਸ ਹਨੇਰੇ ਚੋਂ ਦੁਬਦਾ ਚੋਂ ਕੱਢਣਾ ਇਹ ਕੀ ਵਜ੍ਹਾ ਹੈ ਕਿ ਪਿਛਲੇ 30-35 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ 'ਚ ਪੈਸੀ ਹੈ 56 ਲੱਖ ਕਰੋੜ ਦੀ ਆਮਦਨੀ ਹੋਵੇ, ਟਰਾਂਸਪੋਰਟ, ਕੇਬਲ, ਰੇਤ ਮੀਡੀਆ ਮਾਫੀਆ। ਤੁਹਾਡੇ ਕੋਲ ਟਰਾਂਸਪੋਰਟ ਦਾ ਇਹ ਹਾਲ ਹੈ ਕਿ ਗੌਰਮੈਂਟ ਟਰਾਂਸਪੋਰਟ ਦੇ 2 ਰੁਪਏ ਟੈਕਸ ਜ਼ਿਆਦਾ ਤੇ ਪ੍ਰਾਈਵੇਟ ਬੱਸਾਂ ਤੇ 2 ਰੁਪਏ ਟੈਕਸ ਘੱਟ। ਤੁਹਾਨੂੰ ਪਤਾ ਹੋਊਗਾ। ਲੁੱਕ ਐਟ ਦਿਸ, ਇਹ ਡਿਕਟੇਟਰਸ਼ਿਪ ਨਹੀਂ, ਇਹ ਕਹਿੰਦੇ ਸ਼ੈਤਾਨ ਦਾ ਰਾਜ। ਰੋਜ਼ ਦਾ 5 ਕਰੋੜ ਰੁਪਇਆ ਇਕੱਠਾ ਹੁੰਦਾ ਰੇਤ ਚੋਂ, ਇੱਕ ਜਗ੍ਹਾ ਤੋਂ। ਕਿੱਥੇ ਜਾਂਦਾ ਪੈਸਾ? ਮੈਨੂੰ ਦੱਸੋ, ਜਵਾਬ ਕੌਣ ਦੇਊਗਾ? ਉਹਨੂੰ ਵਾਜਪਾਈ ਸਾਹਿਬ ਲੈ ਕੇ ਆਏ। ਦੇਖੋ, ਵਾਜਪਾਈ ਸਾਹਿਬ ਨੇ ਇੱਕ ਹੀਰਾ ਤਰਾਸ਼ਿਆ। ਉਹਨੇ ਇੱਕੋ ਗੱਲ ਕਹੀ ਕਿ ਜਰਨੈਲਾਂ ਦੇ ਸਾਹਮਣੇ ਜਿਹੜਾ ਫੌਜੀ ਬੋਲਦਾ ਨਹੀਂ ਹੁੰਦਾ, ਚੱਲ ਜਾ ਕੇ ਇਲੈਕਸ਼ਨ ਲੜ। ਜੇ ਵਾਜਪਾਈ ਸਾਹਿਬ ਅੱਜ ਤੱਕ ਜਿਉਂਦੇ ਹੁੰਦੇ ਤਾਂ ਫਿਰ ਮੈਂ ਨਰਿੰਦਰ ਮੋਦੀ ਜੀ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਪ੍ਰਾਈਮ ਮਿਨਿਸਟਰ ਹੁੰਦਾ। ਜੇ ਮੇਰੇ ਹੱਥ ਸੱਤਾ ਆ ਗਈ, ਮੈਂ ਸੀਐਮ ਬਣਿਆ, ਕਹਿੰਦਾ ਮੈਂ ਅਗਲੇ 20 ਸਾਲਾਂ ਦੇ ਵਿੱਚ 100 ਲੀਡਰ ਪੰਜਾਬ ਨੂੰ ਦੇ ਕੇ ਜਾਵਾਂਗਾ। ਤੁਹਾਨੂੰ ਲੱਗਦਾ ਨਹੀਂ ਵੀ ਯੂਜ਼ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਸਿਰਫ? ਤੇ ਸਿੱਧੂ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਹੁਣ ਵੀ ਨਹੀਂ, ਬਹੁਤ ਹੋ ਗਿਆ ਤੇ ਹੁਣ ਕੁਝ ਵਾਕਈ ਕੀਤਾ ਜਾਵੇ। ਠਾਕੁਰ ਸਾਹਿਬ, ਤੁਸੀਂ ਇੰਨੀ ਵਧੀਆ ਗੱਲ ਕੀਤੀ ਹੈ ਕਿ ਯੂਜ਼ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਗਿਆ। ਇੱਥੋਂ ਜਿਹੜੇ ਬੋਲਦੇ ਨੇ ਉਹ ਝੂਠ ਬੋਲਦੇ ਨੇ, ਉਹ ਠੱਗ ਨੇ, ਚੋਰ ਨੇ, ਉਹ ਲੁਟੇਰੇ ਨੇ। ਜਿਹੜੇ ਇੱਥੋਂ ਬੋਲਦੇ ਨੇ ਉਹ ਰੱਬ ਦੀ ਗੱਲ ਬੋਲਦੇ। ਮੈਂ ਜਥੇਬੰਦੀਆਂ ਨੂੰ ਬੇਨਤੀਆਂ ਕਰ ਕਰਕੇ ਥੱਕ ਗਿਆ ਵੀ ਤੁਸੀਂ ਇਕੱਠੇ ਹੋ ਜਾਓ, ਰੱਬ ਦਾ ਵਾਸਤਾ ਪੰਜਾਬ ਲਈ ਇਕੱਠੇ ਹੋ ਜਾਓ। ਇੱਕ ਵਾਰੀ ਇਕੱਠੇ ਹੋ ਜਾਓ, ਮੁੜ ਕੇ ਭਾਵੇਂ ਡਾਂਗਾ ਮਾਰ ਕੇ ਸਿਰ ਪਾੜ ਦੇ ਇੱਕ ਦੂਜੇ ਤੇ ਕੋਈ ਫਰਕ ਨਹੀਂ। ਉਸ ਅੰਦੋਲਨ ਦਾ ਕੀ ਕਰੋਗੇ? ਬਿੱਲ ਵਾਪਸ ਕਰਵਾ ਕੇ ਜਦ ਪੰਜਾਬ 'ਚ ਵਾਪਸ ਆਓਗੇ ਤਾਂ ਫਿਰ ਉਹੀ ਛਿੱਤਰ ਪੈਣਗੇ ਜਿਹੜੇ ਤੁਹਾਨੂੰ ਪਹਿਲਾਂ ਪੈਂਦੇ ਨੇ। ਰਾਈਟ ਔਰ ਰੋਂਗ? ਫਿਰ ਉਹੀ ਕਰਨਗੇ ਜੋ ਕੁਛ ਉਹ ਪਹਿਲਾਂ ਕਰਦੇ ਆ। ਮੈਨੂੰ ਅੱਜ ਪੰਜਾਬੀ ਗੀਤ ਦੀਆਂ 2 ਸਤਰਾਂ ਯਾਦ ਆਉਂਦੀਆਂ ਨੇ। ਪੰਜਾਬ ਉਜਾੜਨ ਵਾਲੀ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਦੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਭ ਤੋਂ ਪਹਿਲਾਂ ਕੈਮਰਾ ਪਰਸਨ ਨੂੰ ਕਹਾਂਗਾ, ਸਕਸੈਸ ਮਤਲਬ ਸਫਲਤਾ। ਪੰਜਾਬੀ ਇਸ ਵੇਲੇ ਇੱਕ ਸਫਲ ਸਿਆਸੀ ਸੂਰਜ ਦੀ ਭਾਲ ਵਿੱਚ ਨੇ, ਦੇਖ ਰਹੇ ਨੇ ਨਵਾਂ ਚਾਨਣਾ ਆਖਰ ਹੋਵੇਗਾ ਕਦੋਂ। ਇਸ ਸਵਾਲ ਦਾ ਜਵਾਬ ਲਵਾਂਗੇ, ਕਾਰਨ ਵੀ ਦੱਸਾਂਗੇ ਕਿ ਅਸੀਂ ਇਹਨਾਂ ਕੋਲ ਪਹੁੰਚੇ ਕਿਉਂ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਯੋਗਰਾਜ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਸਰ ਬਹੁਤ ਸਵਾਗਤ ਹੈ ਖਬਰਸਾਰ ਤੇ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਪਹਿਲਾ ਮੇਰਾ ਸਵਾਲ, ਅਸੀਂ ਪੜ੍ਹਦੇ ਵੀ ਰਹੇ ਹਾਂ ਵੀ ਅਮਰੀਕਾ, ਯੂਰਪ ਸਾਡੇ ਕੋਲ ਅੱਗੇ ਕਿਉਂ ਨੇ। ਮੇਰੇ ਖਿਆਲ 'ਚ ਜਿਹੜੀ ਚਿੱਠੀ ਅੱਜ ਸਾਡੇ ਕੋਲ ਵੀ ਆਈ ਹੈ, ਸ਼ਾਇਦ ਇਹ ਕਾਰਨ ਹੈ ਜੀ ਵੀ ਉਹਨਾਂ ਦੀ ਸੋਚ ਬੜੀ ਦੂਰਅੰਦੇਸ਼ੀ ਜਿਹੜੀ ਹੈਗੀ ਹੈ, ਉਹਨਾਂ ਦੀ ਸੋਚ ਹੈਗੀ ਹੈ। ਅਤੇ ਉਹ ਕਹਿੰਦੇ ਨੇ ਵੀ ਤੁਸੀਂ ਅਤੇ ਨਵਜੋਤ ਸਿੰਘ ਸਿੱਧੂ ਵੀ ਤੁਸੀਂ ਆਓ, ਅਸੀਂ ਪੰਜਾਬ ਬਾਰੇ ਕਾਫੀ ਕੁਛ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੈ। ਇੱਥੇ ਵਾਲੇ ਲੋਕ ਕੋਈ ਭਾਅ ਨਹੀਂ ਪਾਉਂਦੇ ਜੀ, ਉੱਥੇ ਲਿਖ ਚਿੱਠੀਆਂ ਤੁਹਾਨੂੰ ਪਾ ਰਹੇ ਨੇ। ਮੈਂ ਸਮਝਦਾ ਕਿ ਜਦ ਲੋਕ ਆਪਣੇ ਦੇਸ਼ ਤੋਂ ਬਾਹਰ ਜਾਂਦੇ ਨੇ, ਕਿਸੇ ਵੀ ਦੇਸ਼ ਤੋਂ ਜਾਂਦੇ ਹੋਣ, ਉਹ ਜਿਹੜਾ ਐਕਸਪੀਰੀਅੰਸ ਹੈਗਾ, ਲੋਕਾਂ ਦਾ ਪਿਆਰ ਮੁਹੱਬਤ, ਰਹਿਣ ਸਹਿਣ ਜਿਹੜੀ ਹੈਗੀ ਹੈ, ਉੱਥੇ ਜਾ ਕੇ ਬੰਦਾ ਬਹੁਤ ਕੁਝ ਬਦਲ ਜਾਂਦਾ। ਉਹਨੂੰ ਪਤਾ ਲੱਗਦਾ ਕਿ ਇਹ ਲੋਕ ਆਪਣੇ ਵਤਨ ਨਾਲ ਕਿੰਨਾ ਪਿਆਰ ਕਰਦੇ ਆ। ਅਤੇ ਮੇਰੇ ਖਿਆਲ ਉੱਥੇ ਜਾ ਕੇ ਅਹਿਸਾਸ ਹੁੰਦਾ ਕਿ ਸਾਡੇ ਵਤਨ ਦੇ ਲੋਕਾਂ ਨਾਲ ਅਸੀਂ ਕਿੰਨੀ ਮੁਹੱਬਤ ਕਰਨੀ ਚਾਹੀਦੀ ਸੀ ਜਾਂ ਵਤਨ ਬਾਰੇ ਸੋਚਣਾ ਚਾਹੀਦਾ ਸੀ। ਜਦ ਉਹ ਅਹਿਸਾਸ ਹੁੰਦਾ ਤਾਂ ਆਹ ਜਿਹੜੀ ਚਿੱਠੀ ਜਸਪ੍ਰੀਤ ਸਿੰਘ ਜੀ ਨੇ ਭੇਜੀ ਹੈ ਲਾਅ ਅਟਾਰਨੀ ਉੱਥੋਂ, ਮੈਨੂੰ ਇਹੋ ਜਿਹੇ ਠਾਕੁਰ ਸਾਹਿਬ ਬਹੁਤ ਫੋਨਸ ਆ ਰਹੇ ਪਿਛਲੇ 1 ਸਾਲ ਤੋਂ, ਜਦ ਦਾ ਮੈਂ ਰੈਲੀ ਸ਼ੁਰੂ ਕੀਤੀਆਂ ਨੇ। ਬਹੁਤ ਕੰਪਲੀਮੈਂਟਸ ਮੈਨੂੰ ਲੋਕਾਂ ਨੇ ਦਿੱਤੇ ਆ। ਬਾਹਰੋਂ ਇੱਥੇ ਤੱਕ ਲੋਕਾਂ ਨੇ ਕਿਹਾ ਕਿ ਸਾਨੂੰ ਤੇਰੇ 'ਚ ਮਸੀਹਾ ਦਿਖਦਾ ਹੈ, ਸਾਡੇ ਸੱਚਾ ਸੁੱਚਾ ਬੰਦਾ ਦਿਖਦਾ ਹੈ, ਸੱਚ ਬੋਲਣ ਵਾਲਾ ਬੰਦਾ ਦਿਖਦਾ ਹੈ। ਬਹੁਤ ਕੁਛ ਮਤਲਬ ਰੱਬ ਦੀ ਬੜੀ ਕਿਰਪਾ ਹੋਈ, ਕਿਉਂਕਿ ਮੈਂ ਜਿਹੜੀ ਗੱਲ ਕਰਦਾ ਦਿਲ ਤੋਂ ਕਰਦਾ। ਔਰ ਇਹੋ ਜਿਹੀਆਂ ਚਿੱਠੀਆਂ, ਇਹੋ ਜਿਹੇ ਸੁਨੇਹੇ ਮੈਨੂੰ ਬਹੁਤ ਆਉਂਦੇ ਰਹੇ। ਲੇਕਿਨ ਇਹ ਚਿੱਠੀ ਡਾਇਰੈਕਟਲੀ ਐਡਰੈਸ ਕੀਤੀ ਹੈ ਸਿੱਧੂ ਸਾਹਿਬ ਨੂੰ। ਔਰ ਮੈਂ ਜਦ ਦਾ ਵੀ ਰੈਲੀ ਸ਼ੁਰੂ ਕੀਤੀ ਹੈ, ਤੁਹਾਨੂੰ ਯਾਦ ਹੋਊਗਾ, ਤੁਸੀਂ ਬਹੁਤ ਫੋਲੋ ਕਰਦੇ ਰਹੇ, ਆਪਾਂ ਨਾਲ ਕਾਫੀ ਇੰਟਰਵਿਊਜ਼ ਵੀ ਕੀਤੀਆਂ, ਅਤੇ ਮੈਂ ਸਿੱਧੂ ਸਾਹਿਬ ਬਾਰੇ ਬਹੁਤ ਬੋਲਦਾ ਰਿਹਾ। ਹਾਲਾਂਕਿ ਮੇਰਾ ਉਹਨਾਂ ਦਾ ਜ਼ਾਤੀ ਰਿਸ਼ਤਾ ਨਹੀਂ ਹੈ,
ਨਾ ਹੀ ਮੇਰਾ ਉਹਨਾਂ ਨਾਲ ਕੋਈ ਐਸੀ ਗੱਲ ਹੈ ਵੀ ਮੈਂ ਉਹਨਾਂ ਤੋਂ ਕੋਈ ਚੀਜ਼ ਕਰਨੀ ਹੈ ਜਾਂ ਕੰਮ ਕਰਾਉਣੀ ਹੈ। ਕਈ ਵਾਰੀ ਮੈਂ ਲੋਕਾਂ ਨੂੰ ਕਿਹਾ, ਮੈਂ ਕਿਹਾ ਵੀ ਉਹ 24 ਸਾਲ ਪੋਲੀਟਿਕਸ 'ਚ ਰਹੇ, ਜੋ ਇੱਥੇ ਉਹਨਾਂ ਦਫ਼ਤਰ ਵੀ ਹੁੰਦਾ ਸੀ, ਮੰਤਰੀ ਵੀ ਹੁੰਦਾ ਸੀ, ਲੋਕਾਂ ਨੇ ਮੈਨੂੰ ਕਹਿਣਾ ਵੀ ਸਾਡਾ ਬਾਈ ਜੀ ਕੰਮ ਕਰਾ ਦਿਓ, ਤੁਹਾਡੇ ਪੁੱਤਾਂ ਵਰਗਾ। ਮੈਂ ਕਿਹਾ ਮੈਂ ਸਿਆਸਤਦਾਨਾਂ ਦੇ ਦਫ਼ਤਰ 'ਚ ਜਾ ਕੇ ਬਹਿਣਾ ਆਪਣੀ ਤੋਹੀਨ ਸਮਝਦਾ, ਮੈਂ ਨਹੀਂ ਕਦੇ ਗਿਆ। ਪਰ ਐਤਕੀ ਗੁਰੂ ਘਰ ਤੋਂ ਹੋਕਾ ਮਿਲਿਆ ਔਰ ਗੁਰੂ ਘਰ ਨੇ ਮੈਨੂੰ ਕਿਹਾ ਵੀ ਨਵਜੋਤ ਸਿੰਘ ਸਿੱਧੂ ਨੂੰ ਜਗਾਉਣਾ, ਤਾਂ ਮੈਂ ਜਗਾਇਆ। ਲੇਕਿਨ ਆਹ ਚਿੱਠੀ ਦੀ ਜਿਹੜੀ ਗੱਲ ਹੈਗੀ ਹੈ, ਇਹ ਇਹੋ ਜਿਹੀਆਂ ਤਮਾਮ NRIs ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਾਲ ਤੇ ਤੁਸੀਂ ਆਓ, ਉੱਥੇ ਰੈਲੀਜ਼ ਕਰੋ। ਹਾਲਾਂਕਿ ਕੈਪਟਨ ਸਾਹਿਬ, ਬਾਦਲ ਸਾਹਿਬ, ਇਹ ਸਾਰੇ ਇਹ ਉਹੀ ਲੋਕ ਨੇ ਜਿਨ੍ਹਾਂ ਕੋਲੇ ਲੋਕ ਜਾਂਦੇ ਰਹੇ ਨੇ। ਉਹਨੇ ਮੈਨੂੰ ਦੱਸਿਆ ਵੀ ਜਸਪ੍ਰੀਤ ਸਿੰਘ ਜੀ ਨੇ ਮੈਨੂੰ ਦੱਸਿਆ ਕਿ ਜੀ ਕੈਪਟਨ ਸਾਹਿਬ ਮੇਰੇ ਕੋਲ ਆਏ ਸੀ, ਫੋਟੋਆਂ ਭੇਜੀਆਂ। ਅਸੀਂ ਉਦੋਂ ਵੀ ਪੋਲੀਟਿਕਸ 2017 ਦੇ ਵਿੱਚ ਕੀਤੀਆਂ ਔਰ ਕਾਫੀ ਗੱਲਾਂ ਹੋਈਆਂ। ਸੋ ਇਹੀ ਲੋਕ ਨੇ। ਅਤੇ ਮੈਂ ਸਮਝਦਾ ਕਿ ਇਸ ਗੱਲ ਨਾਲ ਆਪਾਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਔਰ ਸਾਡੇ ਲੋਕਾਂ ਨੂੰ ਸਿੱਖਣਾ ਚਾਹੀਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਾਹਰ ਪੰਜਾਬੀ ਲੋਕ ਜਿਹੜੇ ਐਡੇ ਐਡੇ ਵੱਡੇ ਬਿਜ਼ਨਸਮੈਨ ਨੇ, ਟੌਰਨੀ ਨੇ ਜਾਂ ਹੋਰ ਵਰਗ ਦੇ ਬੰਦੇ ਨੇ, ਉਹ ਸਾਰੇ ਇਸ ਗੱਲ ਨੂੰ ਮੰਨਦੇ ਨੇ। ਜਿਹੜੇ ਡਾਇਰੈਕਟਲੀ ਸਿੱਧੂ ਸਾਹਿਬ ਨੂੰ ਚਿੱਠੀਆਂ ਲਿਖਦੇ ਨੇ ਜਾਂ ਮੈਨੂੰ ਉਹ ਕਹਿ ਦਿੰਦੇ ਨੇ ਤੁਸੀਂ ਸਾਡਾ ਸੁਨੇਹਾ ਸਿੱਧੂ ਸਾਹਿਬ ਨੂੰ ਦਿਓ, ਤੁਸੀਂ ਜਾ ਕੇ ਸਿੱਧੂ ਸਾਹਿਬ ਨੂੰ ਆਹ ਕਹੋ। ਅਤੇ ਜਦ ਵੀ ਉਹਨਾਂ ਕੋਲ ਪਟਿਆਲੇ ਅਤੇ ਅੰਮ੍ਰਿਤਸਰ ਜਾਂਦਾ ਰਿਹਾ, ਜਾ ਕੇ ਸਾਰੇ ਸੁਨੇਹੇ ਉਹਨਾਂ ਨੂੰ ਦਿੰਦਾ ਰਿਹਾ। ਸੋ ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਸੋਚ ਹੈ ਔਰ ਐਟਲੀਸਟ ਇਹ ਚੀਜ਼ ਤਾਂ ਬਣਦੀ ਹੈ ਕਿ ਇਕੱਲਾ ਮੈਂ ਨਹੀਂ ਕਹਿ ਰਿਹਾ, ਸਾਰਾ ਪੰਜਾਬ, ਸਾਰੀ ਦੁਨੀਆ ਕਹਿ ਰਹੀ ਹੈ। ਅੱਜ ਤੁਸੀਂ ਵੀ ਮੁਆਜ਼ਿਬ ਲੋਕ ਹੋ ਸਾਡੇ ਮੀਡੀਆ ਦੇ, ਮੈਂ ਬਹੁਤ ਤੁਹਾਡੀ ਇੱਜ਼ਤ ਰਿਸਪੈਕਟ ਕਰਦਾ ਕਿਉਂਕਿ ਤੁਹਾਡੇ ਲੋਕਾਂ ਕਰਕੇ ਅੰਦੋਲਨ ਦੁਨੀਆ ਦੇ ਵਿੱਚ ਗਿਆ ਔਰ ਉਹਦੇ ਸਾਰੇ ਦੇ ਸਾਰਾ ਸ੍ਰੇਅ ਤੁਹਾਨੂੰ ਮਿਲਣਾ ਚਾਹੀਦਾ। ਤੁਸੀਂ ਵੀ ਇਸ ਗੱਲ ਨੂੰ ਜਾਣਦੇ ਹੋ ਕਿ ਉਸ ਬੰਦੇ ਨੂੰ ਇੱਕ ਲੀਡਰਸ਼ਿਪ ਵਾਸਤੇ ਇਕੱਲਾ ਮੈਂ ਹੀ ਨਹੀਂ ਬੋਲ ਰਿਹਾ, ਮੀਡੀਆ ਬੋਲ ਰਿਹਾ, ਸਾਰੀ ਦੁਨੀਆ ਬੋਲ ਰਹੀ ਹੈ, ਸਾਰਾ ਪੰਜਾਬ ਬੋਲ ਰਿਹਾ। ਇੱਕ ਸਵਾਲ ਇਸ ਚਿੱਠੀ ਤੋਂ ਬਾਅਦ ਇਸ ਕਰਕੇ ਉੱਠਦਾ ਹੈ ਜੀ, ਤੁਸੀਂ ਆਪ ਦੱਸਿਆ ਵੀ ਜਿਹੜੇ ਜਸਪ੍ਰੀਤ ਸਿੰਘ ਜੀ ਨੇ, ਅਟਾਰਨੀ ਐਟ ਲਾਅ ਨੇ, ਇਹ ਕੈਪਟਨ ਸਾਹਿਬ ਉਹਨਾਂ ਨਾਲ ਵੀ ਮਤਲਬ ਕਿ ਮੀਟਿੰਗਸ ਹੁੰਦੀਆਂ ਰਹੀਆਂ ਨੇ, ਬਾਹਰ ਜਾ ਕੇ ਕੈਪਟਨ ਸਾਹਿਬ ਮਿਲਦੇ ਰਹੇ ਨੇ, ਚਾਹੇ ਬਾਦਲ ਸਾਹਿਬ ਨੇ ਚਾਹੇ ਕੈਪਟਨ ਸਾਹਿਬ ਨੇ ਮਿਲਦੇ ਰਹੇ ਨੇ। ਪਰ ਜੇ ਅੱਜ ਖਾਸ ਤੌਰ 'ਤੇ ਇਹਨਾਂ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਐਡਰੈਸ ਕਰਕੇ ਚਿੱਠੀ ਲਿਖੀ ਹੈ ਅਤੇ ਨਾਲ ਖਾਸ ਤੌਰ 'ਤੇ ਇਹ ਵੀ ਲਿਖਿਆ ਹੈ ਜੀ, ਫਸਟ ਇਨ ਐਗਰੀਕਲਚਰਲ ਸੈਕਟਰ ਐਂਡ ਦ ਸੈਕਿੰਡ ਇਜ਼ ਪੰਜਾਬੀ NRIs ਲਿਵਿੰਗ ਅਬਰੋਡ ਇਨ ਵੇਰੀਅਸ ਕੰਟਰੀਜ਼। ਸੈਡਲੀ both of these assets have been badly ignored by the government who ruled Punjab during the last 25 years. ਇਹ ਉਹੀ ਗੱਲ ਹੈ ਜੀ, ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਪਿਛਲੇ 30 ਸਾਲ ਤੋਂ ਤੇ 35 ਸਾਲਾਂ ਤੋਂ, ਉਹਨਾਂ ਨੇ 25 ਸਾਲ ਕਹਿਤਾ ਕਿ ਸਾਡਾ ਖਜ਼ਾਨਾ ਖਾਲੀ ਹੈ, ਸਾਡੇ ਖਜ਼ਾਨੇ 'ਚ ਪੈਸੇ ਹੈ ਨਹੀਂ, ਤੁਸੀਂ ਕਿਸੇ ਦਾ ਕੁਛ ਕੀਤਾ ਨਹੀਂ। ਹੁਣ ਜੇ ਇਹ ਲੋਕ ਇਹਨਾਂ ਕੋਲ ਜਾਂਦੇ ਰਹੇ ਹੈ, ਇਹਨਾਂ ਨੇ ਇੰਨੀ ਦੇਰ ਐਕਸਪੀਰੀਅੰਸ ਕੀਤਾ ਵੀ ਗੌਰਮੈਂਟ ਨੇ ਕੁਛ ਨਹੀਂ ਕੀਤਾ, ਤਾਂ ਹੀ ਇਹਨਾਂ ਨੂੰ ਲੱਗਿਆ ਕਿ ਇੱਕ ਲੀਡਰ ਹੈ ਜਿਹਦਾ ਹੋਕਾ ਯੋਗਰਾਜ ਸਿੰਘ ਦੇ ਰਿਹਾ ਹੈ, ਨਵਜੋਤ ਸਿੰਘ ਸਿੱਧੂ, ਉਹਨੂੰ ਬੈਕਿੰਗ ਕਰਨੀ ਚਾਹੀਦੀ ਹੈ। ਮੇਰੇ ਨਾਲ ਕਈ ਵਾਰੀ ਗੱਲ ਵੀ ਹੋਈ ਅਤੇ ਮੈਂ ਕਿਹਾ ਜੀ ਗੱਲ ਇਹ ਹੈ, ਜੇ ਨਵਜੋਤ ਸਿੰਘ ਸਿੱਧੂ, ਮੈਨੂੰ ਬਈਆਂ ਨੇ ਪੁੱਛਿਆ ਕਿ ਜੀ ਨਵਜੋਤ ਸਿੰਘ ਸਿੱਧੂ ਨੇ ਕੀ ਕੀਤਾ, ਮੰਤਰੀ ਰਿਹਾ, ਫਲਾਨਾ ਰਿਹਾ। ਮੈਂ ਕਿਹਾ ਜਿਸ ਬੰਦੇ ਦੇ ਹੱਥ 'ਚ ਪਾਵਰ ਹੀ ਨਹੀਂ, ਮੈਂ ਮੰਤਰੀ ਹਾਂ, ਮੈਂ ਆਪਣੇ CM ਨੂੰ ਜਾ ਕੇ ਕਹਿਣਾ ਜੀ ਆਹ ਫਾਈਲ ਆ, ਏਜੰਡੇ ਆ, ਤੁਸੀਂ ਇਹਨਾਂ ਨੂੰ ਕਰੋ। ਤੁਹਾਡੇ ਸਾਹਮਣੇ ਉਹ ਕਿੰਨਾ ਕੁਛ CM ਸਾਹਿਬ ਨੂੰ ਦਿੰਦੇ ਰਹੇ, ਉਹ ਚੱਕ ਕੇ ਫਾਈਲਾਂ ਸੁੱਟਦੇ ਰਹੇ। ਜਦ ਤੱਕ ਬੰਦੇ ਕੋਲ ਪੂਰੀ ਪਾਵਰ ਨਹੀਂ ਹੋਊਗੀ ਤਦ ਤੱਕ ਉਹ ਕੁਛ ਨਹੀਂ ਕਰ ਪਾਊਗਾ। ਮੈਂ ਨਵਜੋਤ ਸਿੰਘ ਸਿੱਧੂ ਨੂੰ ਐਜ਼ ਅ CM ਦੇਖਣਾ ਚਾਹੁੰਦਾ, ਸਾਰੀ ਦੁਨੀਆ ਦੇਖਣਾ ਚਾਹੁੰਦੀ ਹੈ, ਸਿਰਫ ਇਸ ਕਰਕੇ ਕਿ ਜਦ ਉਹਦੇ ਕੋਲ ਫੁੱਲ ਪਾਵਰ ਹੋਊਗੀ, ਸਾਰੀ ਤਾਕਤ ਹੋਊਗੀ, ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ, ਤੁਸੀਂ ਸਵਾਲ ਕੀਤਾ ਸੀ, ਤਾਂ ਉਹ ਫਿਰ ਪਤਾ ਲੱਗੂਗਾ ਵੀ ਇਹ ਕਿੰਨੀ ਡੈਪਥ ਹੈਗਾ। ਇਸ ਕਰਕੇ ਬੜਾ ਇੰਪੋਰਟੈਂਟ ਹੈ ਕਿ ਸਾਰੀ ਦੀ ਸਾਰੀ ਦੁਨੀਆ, ਸਾਰੇ ਪੰਜਾਬ ਦੇ ਲੋਕ, ਹਿੰਦੁਸਤਾਨ ਦੇ ਲੋਕ ਉਸ ਸਿੱਧੂ ਨੂੰ ਇਸ ਕਰਕੇ ਸਪੋਰਟ ਕਰ ਰਹੇ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਆਦਮੀ ਇੱਕ ਨਵਾਂ ਸੂਰਜ ਪੰਜਾਬ 'ਚ ਚਲਾ ਸਕਦਾ। ਬਿਲਕੁਲ, ਕਿਉਂਕਿ ਹੁਣ ਮੇਰੇ ਖਿਆਲ 'ਚ ਮੌਕਾ ਇਹ ਹੈ ਵੀ ਗੱਲਾਂ ਉੱਤੇ ਕਮਾਂਡ, ਸ਼ਬਦਾਂ ਉੱਤੇ ਕਮਾਂਡ ਬਹੁਤ ਚੰਗੀ ਹੈ ਨਵਜੋਤ ਸਿੰਘ ਸਿੱਧੂ ਦੀ, ਪਰ ਇਸ ਵੇਲੇ ਮੌਕਾ ਹੈ, ਇਸ ਵੇਲੇ ਲੋੜ ਹੈ, ਇਸ ਵੇਲੇ ਸਮਾਂ ਹੈ ਕਿ ਪੂਰੀ ਕਮਾਂਡ ਆਪਣੇ ਹੱਥ ਦੇ ਵਿੱਚ ਲਈ ਜਾਵੇ। ਸਰ, ਠੀਕ ਕਿਹਾ ਜਾਂ ਗਲਤ? ਮੇਰਾ ਖਿਆਲ ਇਸ ਤੋਂ ਵੱਧ ਕੇ ਹੋਰ ਕੋਈ ਕੁਝ ਕਹਿ ਵੀ ਨਹੀਂ ਸਕਦਾ। ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਕਈ ਵਾਰੀ ਜਦ ਐਂਕਰ ਇਹੋ ਜਿਹੇ ਸਵਾਲ ਕਰਦਾ ਤਾਂ ਤੁਹਾਨੂੰ ਜਵਾਬ ਨਹੀਂ ਹੁੰਦਾ। ਇਹ ਬਿਲਕੁਲ ਸਪਸ਼ਟ ਗੱਲ ਹੈ। ਮੈਂ ਮਤਲਬ ਤੁਸੀਂ ਅੱਜ ਇਹਨੂੰ ਜੀ ਡਿਪਟੀ CM ਬਣਾ ਦਿਆਂਗੇ ਜੀ, ਫਲਾਨਾ ਕਰਦੇ ਹੋ, ਕੁਰਸੀਆਂ ਦਾ ਥੋੜ੍ਹਾ ਭੁੱਖਾ ਹੈ। ਜੇ ਕੁਰਸੀਆਂ ਦਾ ਭੁੱਖਾ ਹੁੰਦਾ ਤਾਂ ਆਪਣੀ ਕੁਰਸੀ ਨੂੰ ਲੱਤ ਉਹਨੇ 4 ਵਾਰੀ ਮਾਰੀ ਹੈ, ਤੁਹਾਡੇ ਸਾਹਮਣੇ ਹੈ। ਹਾਂਜੀ, ਸਭ ਕੁਝ ਛੱਡ ਕੇ ਆ ਗਿਆ, ਪੰਜਾਬ ਦੇ ਵਿੱਚ ਰਹਿਣ ਆ ਗਿਆ ਕਿਉਂਕਿ ਇਹ ਕਹਿੰਦੇ ਸੀ ਪੰਜਾਬ ਤੋਂ ਬਾਹਰ ਜਾ ਕੇ ਇਲੈਕਸ਼ਨ ਲੜ। ਪਰ ਮੈਂ ਸਮਝਦਾ ਕਿ ਜਦ ਤੱਕ ਤੁਸੀਂ ਉਹਨੂੰ ਪੂਰਾ ਕੰਟਰੋਲ ਨਹੀਂ ਦਿੰਦੇ, ਉਹ ਕਹਿੰਦਾ ਨਾ, ਕਿਸੇ ਕਹਾਵਤ ਹੈ, ਕਹਿੰਦਾ ਨਾਈਆ ਬਾਲ ਕਿੱਡੇ ਕਿੱਡੇ, ਕਹਿੰਦਾ ਜਜਮਾਨਾ ਸਾਹਮਣੇ ਆ ਜਾਣੇ। ਇੱਕ ਵਾਰੀ ਇਹਨੂੰ ਪਾਵਰ ਦੇ ਕੇ CM ਬਣਾਓ ਤਾਂ ਸਹੀ। ਲਿਆ ਕਿੰਨੀ ਵਾਰੀ, ਹਜ਼ਾਰਾਂ ਵਾਰੀ ਜਮਾ ਲਿਆ 70-72 ਸਾਲਾਂ ਦੇ ਵਿੱਚ, 25-30 ਸਾਲ ਤੋਂ ਤਾਂ ਪੰਜਾਬ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੀ ਹੈ।
ਤੇ ਆਪਾਂ ਨੂੰ ਸੱਤਾ ਦੇ ਕੇ, ਪੂਰੀ ਪਾਵਰ ਦੇ ਕੇ, ਇਹਨੂੰ ਖੁੱਲਾ ਹੱਥ ਦੇ ਦੇ ਵੀ ਤੂੰ ਆਪਣੇ ਹਿਸਾਬ ਨਾਲ ਕੈਬਨਿਟ ਬਣਾ, ਆਪਣੇ ਹਿਸਾਬ ਨਾਲ ਟਿਕਟਾਂ ਵੰਡ, ਆਪਣੇ ਹਿਸਾਬ ਨਾਲ ਤੂੰ ਆਪਣੇ ਐਮਐਲਏ ਬਣਾ, ਆਪਣੇ ਹਿਸਾਬ ਨਾਲ ਤੂੰ ਮੰਤਰੀ ਮੰਡਲ ਬਣਾ, ਤੇ ਫਿਰ ਤੈਨੂੰ 5 ਸਾਲਾਂ 'ਚ ਦੱਸਾਂਗੇ ਵੀ ਤੂੰ ਵਾਕਈ ਸਾਡੀ ਚੋਇਸ ਗਲਤ ਸੀ ਕਿ ਅਸੀਂ ਠੀਕ ਸੀਗੇ। ਮੈਂ ਸਮਝਦਾ, ਮੇਰਾ ਦਿਲ ਕਹਿੰਦਾ, ਤੁਹਾਡਾ ਵੀ ਦਿਲ ਕਹਿੰਦਾ, ਸਾਰਿਆਂ ਦਾ, ਜਦ ਆਪਾਂ ਸਾਰੇ ਅਜਮਾ ਹੀ ਲਏ, ਆਪਣੇ ਕੋਲ ਇੱਕ ਲੀਡਰ ਰਹਿ ਗਿਆ ਤੇ ਆਪਾਂ ਉਹਨੂੰ ਵੀ ਜਮਾ ਕੇ ਦੇਖ ਲਓ ਕੀ ਜਾਂਦਾ ਆਪਣਾ। ਹੋ ਸਕਦਾ ਹੈ ਸ਼ਾਇਦ ਗੁਰੂ ਘਰ ਨੇ ਹੋਕਾ ਦਿੱਤਾ ਹੈ, ਔਰ ਮੈਂ ਗੁਰੂ ਘਰ ਦੀ ਗੱਲ ਨੂੰ ਬੜਾ ਟੱਲ ਮੰਨਦਾ, ਹੋ ਸਕਦਾ ਹੈ ਕਿ ਪੰਜਾਬ ਦਾ ਇੱਕੋ ਹੀ ਮਸੀਹਾ ਹੋਵੇ ਜਿਹੜਾ ਪੰਜਾਬ ਨੂੰ ਇਸ ਹਨੇਰੇ ਚੋਂ ਕੱਢ ਸਕੇ। ਠਾਕੁਰ ਸਾਹਿਬ, ਮੈਂ ਇੱਕ ਸਵਾਲ ਕਰਨਾ ਚਾਹੁੰਦਾ, ਔਰ ਇਹ ਸਵਾਲ ਪਹਿਲਾਂ ਵੀ ਕੀਤਾ, ਕੋਈ ਮੈਨੂੰ ਇਹ ਦੱਸੇ ਕਿ ਪੰਜਾਬ ਨੂੰ ਇਸ ਹਨੇਰੇ ਚੋਂ, ਦੁਬਦਾ ਚੋਂ ਕੱਢਣਾ ਕਿਵੇਂ ਹੈ? ਕਿਸੇ ਨੂੰ ਨਹੀਂ ਪਤਾ। ਕੋਈ ਇਸ ਜਵਾਬ ਦਾ ਕੋਈ ਹੱਲ ਨਹੀਂ, ਕੋਈ ਆਨਸਰ ਨਹੀਂ। ਮੈਂ ਗੱਲ ਨਵਜੋਤ ਸਿੰਘ ਸਿੱਧੂ ਨੇ ਵੀ ਕਹੀ ਕਿ ਤੁਸੀਂ ਜੀ ਪਾਕਿਸਤਾਨ ਬਾਰਡਰ ਖੋਲ ਦਿਓ, ਤੁਸੀਂ ਕਿਸਾਨਾਂ ਨੂੰ ਕਹੋ ਤੁਸੀਂ ਫਲ ਲਾਓ, ਫਰੂਟ ਲਾਓ, ਲਸਣ ਬੀਜੋ, ਪਿਆਜ਼ ਬੀਜੋ, ਟਮਾਟਰ ਬੀਜੋ। 200 ਕੰਟਰੀਆਂ ਤੁਹਾਡੇ ਕੋਲ, ਆਬੂ ਧਾਬੀ, ਦੁਬਈ, ਸ਼ਾਰਜਾ, ਹੈ ਜੀ, ਤੁਸੀਂ ਉੱਥੇ ਜਾਓ। ਇੱਕ ਗੋਭੀ ਦਾ ਫੁੱਲ, ਦੇਖੋ ਐਗਜ਼ਾਮਪਲ ਦੇ ਰਿਹਾ, $1 ਦਾ ਵਿਕਦਾ, 80 ਰੁਪਏ ਦਾ, ਹੁਣ 74 ਰੁਪਏ ਦਾ ਡਾਲਰ। ਅਤੇ ਇਹਦਾ ਮਤਲਬ ਇਹ ਹੈ ਕਿ ਉਹਦੇ 'ਚੋਂ ਤੁਸੀਂ 24 ਰੁਪਏ ਜਾਂ 30 ਰੁਪਏ ਜਿਹੜੇ ਹੈਗੇ ਟੈਕਸ ਦੇ ਗੌਰਮੈਂਟ ਰੱਖੇ, ਬਾਕੀ ਤੁਸੀਂ ਕਿਸਾਨ ਨੂੰ ਦਿਓ। ਜੇ ਗੌਰਮੈਂਟ ਦੇ ਨਾਲ ਨਾਲ ਪੰਜਾਬ ਦੇ ਲੋਕ ਵੀ ਤਰੱਕੀ ਕਰਨਗੇ, ਜਾਂ ਕਿਸੇ ਵੀ ਸਟੇਟ ਦੇ ਤਰੱਕੀ ਕਰਨਗੇ, ਤਾਂ ਨੈਚੁਰਲੀ ਉਹ ਜਿਹੜੀ ਸਟੇਟ ਹੈ ਸਭ ਤੋਂ ਤਾਕਤਵਰ ਸਟੇਟ ਹੋ ਜਾਊਗੀ। ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ, ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ। ਨਵਜੋਤ ਸਿੰਘ ਸਿੱਧੂ ਪੁੱਛ ਕੇ ਦੇਖ ਲੈ, ਜਾਂ 15 ਸਾਲਾਂ ਬਾਅਦ ਇਹਨੂੰ ਪੁੱਛ ਲਾਂਗੇ। ਕੀ ਵਜ੍ਹਾ ਹੈ ਕਿ ਪਿਛਲੇ 30-35 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ 'ਚ ਪੈਸੇ ਹੈ ਨਹੀਂ? 56 ਲੱਖ ਕਰੋੜ ਦੀ ਆਮਦਨੀ ਹੋਵੇ, ਟਰਾਂਸਪੋਰਟ, ਕੇਬਲ, ਰੇਤ ਮਾਫੀਆ, ਤੁਹਾਡੇ ਕੋਲ ਟਰਾਂਸਪੋਰਟ ਦਾ ਇਹ ਹਾਲ ਹੈ ਕਿ ਗੌਰਮੈਂਟ ਟਰਾਂਸਪੋਰਟ ਦੇ 2 ਰੁਪਏ ਟੈਕਸ ਜ਼ਿਆਦਾ ਤੇ ਪ੍ਰਾਈਵੇਟ ਬੱਸਾਂ ਦੇ 2 ਰੁਪਏ ਟੈਕਸ ਘੱਟ। ਤੁਹਾਨੂੰ ਪਤਾ ਹੋਊਗਾ। ਲੁੱਕ ਐਟ ਦਿਸ, ਇਹ ਡਿਕਟੇਟਰਸ਼ਿਪ ਨਹੀਂ, ਇਹ ਕਹਿੰਦੇ ਸ਼ੈਤਾਨ ਦਾ ਰਾਜ ਹੈ। ਇੰਨੀਆਂ ਚੀਜ਼ਾਂ ਮਿਲਾ ਕੇ ਤੁਹਾਡੇ ਕੋਲ 5-6 ਚੀਜ਼ਾਂ ਮਿਲਾ ਕੇ ਤੁਹਾਡੇ ਕੋਲ 56 ਲੱਖ ਕਰੋੜ ਦੀ ਇਨਕਮ ਹੈ। ਇੰਨੇ ਪੈਸੇ ਤਾਂ ਤੁਸੀਂ ਤੇ ਮੈਂ ਆਪਾਂ 4 ਪੰਜਾਬ ਵਸਾ ਦਈਏ, ਗੱਲ ਠੀਕ ਹੈ? ਕਿੱਥੇ ਗਿਆ ਉਹ ਪੈਸਾ? ਕਿੱਥੇ ਜਾਂਦਾ? ਰੋਜ਼ ਦਾ 5 ਕਰੋੜ ਰੁਪਈਆ ਇਕੱਠਾ ਹੁੰਦਾ ਰੇਤ 'ਚੋਂ, ਇੱਕ ਜਗ੍ਹਾ ਤੋਂ। ਕਿੱਥੇ ਜਾਂਦਾ ਪੈਸਾ? ਮੈਨੂੰ ਦੱਸੋ, ਜਵਾਬ ਕੌਣ ਦੇਊਗਾ? ਲੇਕਿਨ ਕੋਈ ਜਵਾਬ ਦਿੰਦਾ ਨਹੀਂ। ਜੇ ਪੰਜਾਬ ਕਿਸਾਨ ਜਿਹੜਾ ਹੈਗਾ ਉਹ ਆਪਣੀ ਫਸਲ ਰੱਖੇ, ਆਪਣੇ ਗੋਦਾਮ ਬਣਾ ਕੇ ਦਿਓ ਕਿਸਾਨਾਂ ਨੂੰ, ਤੁਸੀਂ ਬਣਾਓ। ਆਪਾਂ ਆਪਣੀ ਚੀਜ਼ 10 ਰੁਪਏ 'ਚ ਵੇਚਣੀ ਹੈ, ਕਿਸੇ ਨੇ ਲੈਣੀ ਲਓ, ਨਹੀਂ ਤਾਂ ਨਾ ਸਹੀ, ਉਹਨੂੰ ਰੱਖ ਦਿਓ ਗੋਦਾਮ 'ਚ। ਕਿਉਂ ਪ੍ਰਾਈਵੇਟ ਪਾਰਟੀਆਂ ਜਾਂ ਪ੍ਰਾਈਵੇਟ ਏਜੰਸੀਆਂ ਲੈਣ? ਸੋ ਮੇਰਾ ਕਹਿਣ ਦਾ ਮਤਲਬ ਹੈ, ਗੱਲ ਉੱਥੇ ਪਾਵਰ ਤੇ ਸੱਤੇ ਤੇ ਹੀ ਆ ਜਾਣੀ ਹੈ। ਜਦ ਤੱਕ ਪਾਵਰ ਹੱਥ 'ਚ ਨਹੀਂ ਆਊਗੀ, ਤਦ ਤੱਕ ਆਪਾਂ ਕੁਝ ਨਹੀਂ ਕਰ ਸਕਾਂਗੇ। ਔਰ ਨਵਜੋਤ ਸਿੰਘ ਸਿੱਧੂ, ਫਿਰ ਦੁਬਾਰਾ ਕਹਿਣਾ, ਇੱਕੋ ਹੀ ਲੀਡਰ ਹੈ, ਇੱਕ ਵਾਰੀ ਨੂੰ ਅਜਮਾ ਕੇ ਦੇਖੋ ਸਾਰੇ ਇਕੱਠੇ ਹੋ ਕੇ। ਸਰ, ਜਦੋਂ ਕਾਫੀ ਮਹੀਨੇ ਨਵਜੋਤ ਸਿੰਘ ਸਿੱਧੂ ਕਮਰਿਆਂ ਮਤਲਬ ਬੰਦ ਵੀ ਰਹੇ, ਮਤਲਬ ਹੁਣ ਇਹ ਨਹੀਂ ਪਤਾ ਸੀ ਇੱਥੇ ਨੇ ਕਿੱਥੇ ਨੇ, ਚੁੱਪ ਰਹੇ, ਮਤਲਬ ਤਸਵੀਰ ਤੋਂ, ਸਿਆਸੀ ਤਸਵੀਰ ਤੋਂ ਓਹਲੇ ਰਹੇ, ਉਦੋਂ ਸਵਾਲ ਬੜੇ ਉੱਠੇ ਵੀ ਲੀਡਰ ਚੁੱਪ ਰਹੇ, ਲੋਕਾਂ ਨੂੰ ਉਹ ਵੀ ਚੰਗਾ ਨਹੀਂ ਲੱਗਦਾ ਵੀ ਜਦੋਂ ਬੋਲਣਾ ਚਾਹੀਦਾ ਉਦੋਂ ਬੋਲੇ ਤਾਂ ਸਹੀ। ਤੁਸੀਂ ਮੁਲਾਕਾਤ ਕਰਕੇ ਆਏ ਮੇਰੇ ਖਿਆਲ ਦੇ ਵਿੱਚ, ਫਿਰ ਜਦੋਂ ਤੁਹਾਡੀ ਅਨੰਦਪੁਰ ਸਾਹਿਬ ਰੈਲੀ ਵੀ ਸੀਗੀ, ਉਸ ਦਿਨ ਨਵਜੋਤ ਸਿੰਘ ਸਿੱਧੂ ਬਰਗਾੜੀ ਮੇਰੇ ਖਿਆਲ ਜਾ ਕੇ ਆਏ ਨੇ, ਕੋਟਕਪੂਰੇ ਜਾ ਕੇ ਆਏ ਨੇ, ਅਤੇ ਉੱਥੇ ਪਰਿਵਾਰ ਦੇ ਨਾਲ ਵੀ ਮਿਲੇ ਨੇ, ਉਹ ਜਿਨ੍ਹਾਂ ਦੇ ਪਰਿਵਾਰ ਤੋਂ ਸ਼ਹਾਦਤ ਹੋਈ ਸੀ। ਅਤੇ ਇੰਨੀ ਲੇਟ ਉੱਠਣਾ, ਬੋਲਣਾ, ਜਾਂ ਚਲੋ ਹੁਣ ਚੰਗੀ ਗੱਲ ਹੈ, ਫੇਸਬੁੱਕ, ਟਵਿੱਟਰ 'ਤੇ ਰੋਜ਼ਾਨਾ ਕੁਛ ਨਾ ਕੁਛ ਉਹ ਸਵਾਲ ਪੁੱਛਦੇ ਨੇ, ਬੋਲਦੇ ਨੇ, ਅਤੇ ਤੁਹਾਨੂੰ ਲੱਗਦਾ ਨਹੀਂ ਹੈ ਵੀ ਖੁੱਲ੍ਹ ਕੇ ਇੱਕ ਵਾਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਇਸ ਖੇਡ ਦੇ ਵਿੱਚ ਆ ਜਾਣਾ ਚਾਹੀਦਾ ਹੈ? ਮੇਰਾ ਖਿਆਲ ਕਾਫੀ ਕੁਛ ਜਿਹੜਾ ਲਿਫਾਫਾ ਖੁੱਲ੍ਹ ਗਿਆ, ਅਤੇ ਮੇਰੇ ਅਖੀਰਲੇ ਹੁਣ ਪੰਨੇ ਹੀ ਰਹਿ ਗਏ ਨੇ। ਤੁਸੀਂ ਅਨੰਦਪੁਰ ਸਾਹਿਬ ਦੀ ਰੈਲੀ ਦੀ ਗੱਲ ਕੀਤੀ, ਤਾਂ ਉਦੋਂ ਮੈਂ ਅਤੇ ਨਵਜੋਤ ਜੀ ਨੇ ਇਕੱਠੇ ਜਾਣਾ ਸੀ, ਐਕਚੁਅਲੀ ਸਰਪ੍ਰਾਈਜ਼ ਦੇਣਾ ਸੀ ਲੋਕਾਂ ਨੂੰ। ਪਰ ਫਿਰ ਫੈਸਲਾ ਇਹ ਹੋਇਆ ਵੀ ਮੈਂ ਬਰਗਾੜੀ ਜਾਂਦਾ ਅਤੇ ਤੁਸੀਂ ਭਾਜੀ ਉੱਥੇ ਜਾਓ। ਅਤੇ ਆਈ ਥਿੰਕ ਉਸ ਤੋਂ ਬਾਅਦ ਉਹ, ਜੇ ਤੁਸੀਂ ਰੈਲੀ ਦੇਖੋਗੇ ਅਨੰਦਪੁਰ ਸਾਹਿਬ ਵਾਲੀ, ਉਹਦੇ 'ਚ ਮੈਂ ਕਾਫੀ ਕੁਛ ਬੋਲਿਆ, ਕਾਫੀ ਕੁਛ ਕਿਹਾ, ਬਰਗਾੜੀ ਜਾ ਕੇ ਬੋਲਿਆ ਨਵਜੋਤ ਸਿੰਘ ਸਿੱਧੂ। ਸੋ ਆਈ ਥਿੰਕ ਉਹ ਟਾਈਮਿੰਗ ਬੜਾ ਇੰਪੋਰਟੈਂਟ ਸੀਗਾ ਦੋਨਾਂ ਦਾ। ਰੱਬ ਕਰਦਾ ਜੋ ਕਰੇ ਕਰਾਵੇ ਆਪੇ ਆਪ। ਅਤੇ ਉਸ ਤੋਂ ਬਾਅਦ ਜੋ ਕੁਛ ਉਹਨੇ ਬੋਲਿਆ, ਜੋ ਕੁਛ ਕਿਹਾ, ਉਹ ਤੁਹਾਡੇ ਸਾਹਮਣੇ ਹੈ। ਤੁਸੀਂ ਕਈ ਗੱਲ ਕਿ ਪਹਿਲਾਂ ਕਿਉਂ ਨਹੀਂ ਬੋਲਿਆ, ਇਹ ਵੀ ਸਵਾਲ ਲੋਕਾਂ ਦਾ ਹੈ। ਮੈਂ ਸਮਝਦਾ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਨੇ ਗੱਲ ਕਹੀ, ਗੱਲਾਂ 'ਚ ਉਹਦੀਆਂ ਗੱਲਾਂ, ਉਹ ਜਿਹੜੇ ਜੁਮਲੇ ਨੇ ਬੜੇ ਕਰੈਕਟ ਹੁੰਦੇ ਆ, ਬੜੇ ਚੰਗੇ ਲੱਗਦੇ ਆ, ਕਿ ਆਪਾਂ ਸਰਦੀਆਂ 'ਚ ਅੰਬ ਨਹੀਂ ਲੱਗ ਸਕਦੇ। ਜੇ ਆਪਾਂ ਬੇਮੌਸਮੀ ਅੰਬ ਲਾਵਾਂਗੇ, ਉਹਨੇ ਮਰ ਜਾਣਾ ਅਤੇ ਉਹ ਬੂਟਾ ਵੀ ਨਹੀਂ ਪੈਦਾ ਹੋਣਾ। ਸੋ ਆਈ ਥਿੰਕ ਜਦ ਸਮਾਂ ਆਇਆ ਉਹ ਬੋਲਿਆ। ਔਰ ਕਿਉਂਕਿ 24-25 ਸਾਲ ਉਹ ਪੋਲੀਟਿਕਸ ਦੇ ਵਿੱਚ ਰਿਹਾ, ਔਰ ਉਹਨੂੰ ਵਾਜਪਾਈ ਸਾਹਿਬ ਲੈ ਕੇ ਆਇਆ। ਦੇਖੋ, ਵਾਜਪਾਈ ਸਾਹਿਬ ਨੇ ਇੱਕ ਹੀਰਾ ਤਰਾਸ਼ਿਆ, ਉਹਨੇ ਇੱਕੋ ਗੱਲ ਕਹੀ ਕਿ ਜਰਨੈਲਾਂ ਦੇ ਸਾਹਮਣੇ ਜਿਹੜਾ ਫੌਜੀ ਬੋਲਦਾ ਨਹੀਂ ਹੁੰਦਾ, ਚੱਲ ਜਾ ਕੇ ਇਲੈਕਸ਼ਨ ਲੜ। ਅਤੇ ਉਹ ਉਸ ਬੰਦੇ ਦਾ ਆਦਰ ਸਨਮਾਨ ਕਰਦਾ ਹੋਇਆ
ਵਾਜਪਾਈ ਸਾਹਿਬ ਨੂੰ ਇਸ ਕਰਕੇ ਲੈ ਕੇ ਆਏ ਸੀ, ਕੱਲ ਨੂੰ ਮੈਨੂੰ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਾਉਂਗਾ। ਉਹ ਕੁਦਰਤੀ ਬੀਜੇਪੀ ਵਾਲੇ ਬੰਦਿਆਂ ਨੂੰ ਹਜਮ ਨਹੀਂ ਹੋਇਆ। ਜੇ ਵਾਜਪਾਈ ਸਾਹਿਬ ਅੱਜ ਤੱਕ ਜਿਉਂਦੇ ਹੁੰਦੇ ਤਾਂ ਫਿਰ ਮੈਂ ਨਰਿੰਦਰ ਮੋਦੀ ਜੀ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਪ੍ਰਾਈਮ ਮਿਨਿਸਟਰ ਹੁੰਦਾ। ਲੇਕਿਨ ਉਹ ਚਲੇ ਗਏ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕੱਢਤਾ, ਕਿਉਂਕਿ ਇਹ ਤਾਂ ਪਾਰਟੀ ਦੇ ਵਿੱਚ ਸਾਡੇ ਤਾਂ ਹਿੰਦੁਸਤਾਨ 'ਚ ਨੁਕਸ ਹੈ ਨਾ, ਜੇ ਕੋਈ ਕਾਬਿਲ ਆਦਮੀ ਹੈ ਉਹਨੂੰ ਮਾਰ ਦਿਓ, ਸਿੱਟ ਦਿਓ ਥੱਲੇ। ਤਾਂ ਹੀ ਤਾਂ ਨਹੀਂ ਕੱਢਿਆ ਵੀ ਜਿਵੇਂ ਤੁਹਾਨੂੰ ਪਤਾ ਹੈ ਵੀ ਹਾਂ ਅੱਜ ਨਰਿੰਦਰ ਮੋਦੀ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਹੁੰਦਾ, ਇਹ ਗੱਲ ਸ਼ਾਇਦ ਮੋਦੀ ਸਾਹਿਬ ਨੂੰ ਵੀ ਪਤਾ ਲੱਗੀ ਹੋਵੇ, ਤਾਂ ਹੀ ਪਹਿਲਾਂ ਹੀ ਨੈਚੁਰਲੀ ਉਹ ਤਾਂ ਅਡਵਾਨੀ ਸਾਹਿਬ ਨਾਲ ਵੀ ਹੋਇਆ। ਤੇ ਮੈਂ ਗੱਲ ਕਰਦਾ, ਸੋ ਇੱਦਾਂ ਦੀ ਭਾਵਨਾ ਹੋਣੀ ਨਹੀਂ ਚਾਹੀਦੀ। ਭਾਵਨਾ ਕੀ ਹੋਣੀ ਚਾਹੀਦੀ ਹੈ ਕਿ ਯਾਰ ਮੇਰੀ ਪਾਰਟੀ ਮੇਰਾ ਦੇਸ਼ ਹੈ, ਇਹ ਮੇਰੇ ਤੋਂ ਚੰਗਾ। ਜਿਵੇਂ ਮੈਂ ਕਹਿ ਰਿਹਾ ਕਿ ਮੈਂ ਕਾਬਿਲ ਨਹੀਂ ਹਾਂ, ਮੈਨੂੰ ਬਹੁਤ ਸਾਰੇ ਲੋਕ ਬੜੇ ਐਨਆਰਏ ਭਾਜੀ ਤੁਸੀਂ ਲੀਡਰਸ਼ਿਪ ਕਰੋ, ਮੈਂ ਕਹਿੰਦਾ ਨਹੀਂ, ਮੈਂ ਇਸ ਕਾਬਿਲ ਨਹੀਂ ਹਾਂ। ਨਵਜੋਤ ਸਿੰਘ ਸਿੱਧੂ 24 ਸਾਲ ਤੋਂ ਉੱਥੇ ਹੈ, ਮੈਂ ਇਸ ਕਾਬਿਲ ਵੀ ਨਹੀਂ ਕਿ ਮੈਂ ਇਲੈਕਸ਼ਨ ਲੜ ਕੇ ਐਮਐਲਏ ਬਣਾ, ਮੈਂ ਇਸ ਕਾਬਿਲ ਮੰਤਰੀਸ਼ਿਪ ਤਾਂ ਬਹੁਤ ਦੂਰ ਹੈ। ਮੈਂ ਸਿਰਫ ਇੱਕ ਸੱਚ ਦਾ ਗੁਰੂ ਘਰ ਦਾ ਹੋਕਾ ਦੇ ਕੇ ਤੁਹਾਡੇ ਨਾਲ ਚੱਲ ਸਕਦਾ, ਠੀਕ ਹੈ, ਔਰ ਤੁਸੀਂ ਰਾਜ ਕਰੋ, ਮੈਂ ਦੇਖਾਂ, ਸਾਰੀ ਦੁਨੀਆ ਦੇਖੇ। ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਕੀ ਹੋਊਗੀ ਕਿ ਪੰਜਾਬ ਖੁਸ਼ ਹੈ, ਤੁਸੀਂ ਖੁਸ਼ ਹੋ, ਖੁਸ਼ਹਾਲ ਸਾਡਾ ਦੇਸ਼ ਹੈ। ਇਹ ਸੋਚ ਮੇਰੀ ਹੋਣੀ ਚਾਹੀਦੀ ਹੈ। ਲੇਕਿਨ ਜੇ ਮੇਰੀ ਜਗ੍ਹਾ ਕੋਈ ਹੋਰ ਸਿਆਸਤਦਾਨ ਹੁੰਦਾ ਜਾਂ ਹੋਰ ਕੋਈ ਬੰਦਾ ਹੁੰਦਾ ਆਪਣੇ ਆਪ ਨੂੰ ਪ੍ਰਮੋਟ ਕਰਦਾ, ਮੈਂ ਲੀਡਰ ਹਾਂ ਜੀ ਫਲਾਣਾ, ਨਹੀਂ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਇਲੈਕਸ਼ਨ ਨਹੀਂ ਲੜਨੀ, ਮੈਂ ਇਸ ਕਾਬਿਲ ਨਹੀਂ ਹਾਂ। ਜਿਹੜੇ ਕਾਬਿਲ ਨੇ ਉਹ ਬੰਦੇ ਅੱਗੇ ਆਉਣੇ ਚਾਹੀਦੇ। ਇਹੀ ਸੋਚ ਨਰਿੰਦਰ ਮੋਦੀ ਜੀ ਦੀ ਵੀ ਹੋਣੀ ਚਾਹੀਦੀ ਸੀ, ਇਹੀ ਸੋਚ ਇੰਦਰਾ ਗਾਂਧੀ ਜੀ ਦੀ ਵੀ ਹੋਣੀ ਚਾਹੀਦੀ ਸੀ, ਇਹ ਸੋਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਵੀ ਹੋਣੀ ਚਾਹੀਦੀ ਸੀ, ਔਰ ਸੋ ਔਨ ਸੋ ਫੋਰਥ ਜਿਹੜੇ ਪ੍ਰਾਈਮ ਮਿਨਿਸਟਰ ਜਾਂ ਸੀਐਮ ਰਹੇ ਨੇ ਕਿਸੇ ਵੀ ਸਟੇਟ ਦੇ। ਤੁਹਾਨੂੰ ਜ਼ਿੰਦਗੀ 'ਚ ਹਮੇਸ਼ਾ ਜਿਹੜਾ ਬੰਦਾ ਕੋਈ ਵੀ ਧਰਮ ਦਾ ਹੋਵੇ, ਕਿੱਤੇ ਦਾ ਵੀ ਹੋਵੇ, ਕਿਸੇ ਵਰਗ ਦਾ ਹੋਵੇ, ਭਾਵੇਂ ਉਹ ਰੇਹੜੀ ਲਾਉਂਦਾ ਹੋਵੇ, ਉਹ ਜੇ ਉਹ ਕਾਬਿਲ ਹੈ ਔਰ ਤੁਹਾਡੇ ਕੋਲ ਲੀਡਰਸ਼ਿਪ ਵਾਲੀਆਂ ਕੁਆਲਿਟੀਆਂ ਨੇ, ਉਹਨੂੰ ਪ੍ਰਮੋਟ ਕਰੋ, ਬਣਾ ਕੇ ਆਪਣੇ ਦੇਸ਼ ਤੇ ਆਪਣੇ ਸਟੇਟ ਵਾਸਤੇ ਲੈ ਕੇ ਆਓ। ਇਹਨੂੰ ਕਹਿੰਦੇ ਨੇ ਇਨਸਾਨੀਅਤ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ ਕਿਉਂਕਿ ਕਾਬਿਲ ਨਹੀਂ ਸੀ, ਠੀਕ ਹੈ, ਗੱਦੀ ਉਹਨਾਂ ਨੂੰ ਮਿਲੀ ਜਿਹੜੇ ਕਾਬਿਲ ਸੀਗੇ। ਸੋ ਇਸੇ ਤਰ੍ਹਾਂ ਤੁਸੀਂ ਆਪਣੀਆਂ ਗੱਦੀਆਂ ਆਪਦੇ ਮੁੰਡੇ ਨੂੰ, ਆਪਦੇ ਭਤੀਜੇ ਨੂੰ, ਆਪਦੀਆਂ ਨੂੰਹਾਂ ਨੂੰ, ਆਪਦੇ ਚਾਚਿਆਂ ਨੂੰ, ਮਾਮਿਆਂ ਨੂੰ, ਪੋਤੇ ਪੋਤੀਆਂ ਨੂੰ ਨਾ ਦਿਓ। ਉਹ ਕਾਬਿਲ ਨਹੀਂ ਹੈਗੇ, ਇੱਕ ਲੀਡਰ ਪੈਦਾ ਕਰੋ। ਮੈਂ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰ ਰਿਹਾ, ਮੈਨੂੰ ਕਮਾਲ ਦੀ ਗੱਲ ਕਹੀ, ਮਤਲਬ ਅੱਜ ਤੱਕ ਮੈਂ ਗੱਲ ਸੁਣੀ ਨਹੀਂ। ਕਹਿੰਦਾ ਯੋਗ ਭਾ ਜੇ ਮੇਰੇ ਹੱਥ ਸੱਤਾ ਆ ਗਈ, ਮੈਂ ਸੀਐਮ ਬਣਿਆ, ਕਹਿੰਦਾ ਮੈਂ ਅਗਲੇ 20 ਸਾਲਾਂ ਦੇ ਵਿੱਚ 100 ਲੀਡਰ ਪੰਜਾਬ ਨੂੰ ਦੇ ਕੇ ਜਾਊਂਗਾ। ਇਹ ਉਹਦੇ ਮੂੰਹ 'ਚੋਂ ਨਿਕਲੇ ਲਫ਼ਜ਼ ਨੇ। ਮੈਂ ਕਹਿੰਦਾ ਪੰਜਾਬ ਦੀ ਧਰਤੀ ਵਾਸਤੇ ਮਰਨਾ, ਪੰਜਾਬ ਦੀ ਧਰਤੀ ਵਾਸਤੇ ਜੀਊਂਗਾ, ਇੱਥੋਂ ਜਾਣਾ ਨਹੀਂ, ਗੁਰੂ ਘਰ ਦੀ ਸੇਵਾ ਕਰਦਾ ਮਰੂੰਗਾ। ਇਹ ਉਹਦੇ ਆਪਣੇ ਵਰਡ ਨੇ। ਔਰ ਜਦੋਂ ਉਹ ਬੋਲਦਾ ਨਾ, ਤੁਹਾਨੂੰ ਪਤਾ ਫਿਰ ਇੱਥੋਂ ਬੋਲਦਾ, ਇੱਥੋਂ ਨਹੀਂ ਬੋਲਦਾ। ਇੱਥੋਂ ਜਿਹੜੇ ਬੋਲਦੇ ਨੇ ਉਹ ਝੂਠ ਬੋਲਦੇ ਨੇ, ਉਹ ਠੱਗ ਨੇ, ਚੋਰ ਨੇ, ਉਹ ਲੁਟੇਰੇ ਨੇ। ਜਿਹੜੇ ਇੱਥੋਂ ਬੋਲਦੇ ਨੇ ਉਹ ਰੱਬ ਦੀ ਗੱਲ ਬੋਲਦੇ। ਸਰ ਅਟਲ ਬਿਹਾਰੀ ਵਾਜਪੇਈ ਉਹਨਾਂ ਨੇ ਮੌਕਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ, ਮਗੀ ਅਟਲ ਬਿਹਾਰੀ ਵਾਜਪੇਈ ਜੀ ਉਹ ਜੌਹਰੀ ਸੀ ਜਿਹਨੂੰ ਪਛਾਣ ਸੀ ਹੀਰੇ ਦੀ, ਪਰ ਗੁਜਰਾਤੀ ਪਛਾਣੇ ਜਾਂਦੇ ਨੇ ਵੀ ਉਹ ਬੜੇ ਤਗੜੇ ਹੀਰਿਆਂ ਦੇ ਵਪਾਰੀ ਨੇ, ਪਰ ਇਹਨਾਂ ਗੁਜਰਾਤੀਆਂ ਨੇ ਇਸ ਹੀਰੇ ਦੀ ਕਦਰ ਕਿਉਂ ਨਹੀਂ ਕੀਤੀ? ਦੇਖੋ, ਮਾਰਵਾੜੀਆਂ 'ਚ ਇੱਕ ਸਿਫਤ ਹੈ ਔਰ ਗੁਜਰਾਤੀਆਂ 'ਚ ਸਿਫਤ ਹੈ, ਆਪਾਂ ਨੂੰ ਮੰਨਣਾ ਪਊਗਾ ਕਿਉਂਕਿ ਮੇਰਾ ਬਹੁਤ ਵਾਰ ਹੈ ਇਹਨਾਂ ਨਾਲ। ਇਹਨਾਂ ਤੋਂ ਵਧੀਆ ਬਿਜ਼ਨਸਮੈਨ ਕੋਈ ਨਹੀਂ। ਇਹ 10 ਰੁਪਏ ਦੀ ਚੀਜ਼ 10 ਕਰੋੜ 'ਚ ਵੇਚੇ ਹੋਣਗੇ। ਤੁਹਾਨੂੰ ਯਾਦ ਹੋਊਗਾ ਇੱਕ ਕੰਚ ਦਾ ਹੀਰਾ ਇੱਕ ਗੁਜਰਾਤੀ ਨੇ ਜਾ ਕੇ ਇੰਗਲੈਂਡ ਦੇ ਵਿੱਚ ਗੋਰੇ ਨੂੰ 3 ਕਰੋੜ ਦਾ ਵੇਚਦਾ ਸੀ। ਔਰ ਇਹ ਬੜੀ ਵੱਡੀ ਕੁਆਲਿਟੀ ਹੈ। ਜੇ ਮੈਂ ਹੋਵਾਂ ਤਾਂ ਇਹਨਾਂ ਲੋਕਾਂ ਨੂੰ ਕੈਬਨਿਟ ਮੰਤਰੀ ਬਣਾਵਾਂ ਕਿ ਭਾਈ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਗਰੁੱਪ ਹੋ ਕੇ ਤੁਸੀਂ ਪੈਸਾ ਜਨਰੇਟ ਕਰਨਾ। ਹਿੰਦੁਸਤਾਨ ਇੱਕ ਇਕੋਨਮੀ ਜਿਹੜੀ ਹੈਗੀ, ਇਕਨੋਮਿਕਸ ਕੀ ਕਹਿੰਦੀ ਹੈ, ਉਹਦੇ ਲਈ ਮਨਮੋਹਨ ਸਿੰਘ ਵਰਗਾ ਬੰਦਾ ਚਾਹੀਦਾ। ਸੋ ਜਦ ਤੁਸੀਂ ਕੰਬੀਨੇਸ਼ਨ ਕਰੋਗੇ ਬਿਜ਼ਨਸਮੈਨ ਦੀ ਕੁਆਲਿਟੀ ਉਹਨਾਂ 'ਚ ਔਰ ਤੁਸੀਂ ਇਕਨੋਮਿਕਸ ਦੋਨੋਂ ਇਕੱਠੇ ਹੋ ਕੇ ਚੱਲਣਗੇ ਤੇ ਨੈਚੁਰਲੀ ਪ੍ਰਫੁੱਲਤ ਹੋਏਗਾ। ਜਿਵੇਂ ਅਮਰੀਕਾ ਵੀ ਬਹੁਤ ਤਕੜਾ ਬਿਜ਼ਨਸਮੈਨ ਹੈ, ਉਹ ਵੀ ਇੱਕ ਜਹਾਜ਼ ਜਿਹੜਾ ਹੈਗਾ ਕਰੋੜ ਰੁਪਈਏ ਦਾ 100 ਕਰੋੜ 'ਚ ਵੇਚ ਦਿੰਦਾ। ਸੋ ਇਸੇ ਤਰ੍ਹਾਂ ਇਹ ਨੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਪਛਾਣ ਨਹੀਂ ਆਈ, ਪਰ ਹਾਂ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ। ਔਰ ਜੇ ਸੰਭਾਲ ਕੇ ਰੱਖਦੇ ਤਾਂ ਫਿਰ ਉਹਨਾਂ ਕੋਲ ਇੱਕ ਨਹੀਂ ਅੱਜ 10 ਲੀਡਰ ਹੁੰਦੇ। ਸੋ ਆਈ ਥਿੰਕ ਇਹ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਦੇਸ਼ ਬਾਰੇ ਤੇ ਸਟੇਟ ਬਾਰੇ ਜਦ ਸੋਚਣਾ ਸ਼ੁਰੂ ਕਰੋਗੇ ਤੇ ਫਿਰ ਤੁਸੀਂ ਈਰਖਾਬਾਜ਼ੀ ਜਿਹੜੀ ਹੈ, ਜੈਲਸੀ ਬੰਦ ਕਰ ਦੇਂਗੇ। ਰੌਲਾ ਤਾਂ ਜੈਲਸੀ ਦਾ ਸਾਡੇ ਦੇਸ਼ ਦਾ ਕਰੈਕਟਰ ਹੈ ਕਿ ਅਸੀਂ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ, ਇਸੇ ਕਰਕੇ ਅਸੀਂ ਪਿੱਛੇ। ਤੁਸੀਂ ਕਿਹਾ ਬੀਜੇਪੀ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਾਂਭਣਾ ਨਹੀਂ ਆਇਆ, ਮੇਰੇ ਖਿਆਲ 'ਚ ਹੁਣ ਉਹੀ ਹਾਲਾਤ ਕਾਂਗਰਸ ਦੇ ਵੀ ਨੇ, ਸਾਂਭਦਾ ਇਹ ਵੀ ਨਹੀਂ ਰਹੇ, ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਟਵੀਟ ਦੇ ਰਾਹੀਂ ਜਾਂ ਫੇਸਬੁੱਕ ਰਾਹੀਂ ਬੋਲਣਾ ਪੈਂਦਾ ਹੈ। ਤੁਹਾਨੂੰ ਲੱਗਦਾ ਨਹੀਂ ਵੀ ਯੂਜ਼ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਸਿਰਫ, ਤੇ ਸਿੱਧੂ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਹੁਣ ਵੀ ਨਹੀਂ ਬਹੁਤ ਹੋ ਗਿਆ ਤੇ ਹੁਣ ਕੁਛ ਵਾਕਈ ਕੀਤਾ ਜਾਵੇ? ਠਾਕੁਰ ਸਾਹਿਬ ਤੁਸੀਂ ਇੰਨੀ ਵਧੀਆ ਗੱਲ ਕੀਤੀ ਹੈ ਕਿ ਯੂਜ਼ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਗਿਆ। ਅਸੀਂ ਜਦੋਂ ਬੈਠੇ ਸੀ ਇਹੀ ਗੱਲਾਂ ਕਰਦੇ ਸੀ। ਉਹਨੂੰ ਇਸਤੇਮਾਲ ਕਰ ਕਰਕੇ ਪਹਿਲਾਂ ਬੀਜੇਪੀ ਨੇ ਇਸਤੇਮਾਲ ਕਰਕੇ ਚੂਸ ਕੇ ਸੁੱਟਿਆ, ਫਿਰ ਜਾ ਕੇ ਉਹ ਕਾਂਗਰਸੀਆਂ ਕੋਲ ਚਲਾ ਗਿਆ, ਕਾਂਗਰਸੀਆਂ ਨੇ ਉਹਨੂੰ ਦੇ ਯੂਜ਼ ਕੀਤਾ,
ਹਰ ਇਲੈਕਸ਼ਨ 'ਚ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਨਾ ਹੋਵੇ ਨਾ, ਮੈਂ ਅੱਜ ਕਹਿ ਦਿੰਦਾ ਇਹ 5 ਸੀਟਾਂ ਨਹੀਂ ਜਿੱਤ ਸਕਦੇ ਜਿੱਥੇ ਮਰਜ਼ੀ ਆ ਜਾਣ, ਪ੍ਰੋਵਾਈਡਡ ਜਿਹੜੀ ਇਲੈਕਸ਼ਨ ਨੇ ਉਹ ਬੈਲਟ ਪੇਪਰ ਤੇ ਹੋਣੀ ਚਾਹੀਦੀਆਂ। ਠਾਕੁਰ ਸਾਹਿਬ ਇੱਕ ਹੋਰ ਬਹੁਤ ਵੱਡਾ ਪੁਆਇੰਟ ਡਿਸਕਸ ਕਰਨ ਵਾਲਾ ਜਿਹੜੀਆਂ ਮਸ਼ੀਨਾਂ ਨੇ EVM ਦੀਆਂ, ਠੀਕ ਹੈ, ਮੈਂ ਕਹਿੰਦਾ ਤੁਸੀਂ ਹਿੰਦੁਸਤਾਨ ਦੀ ਇਲੈਕਸ਼ਨਾਂ ਅੱਜ ਵੀ ਬੈਲਟ ਪੇਪਰ ਤੇ ਕਰਾਉਣੀ ਸ਼ੁਰੂ ਕਰ ਦਿਓ। ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਜਨਤਾ ਦੀ ਆਪਾਂ ਗੱਲ ਕਰਦੇ ਨਾ ਕਿ ਗੌਰਮੈਂਟ ਜਨਤਾ ਦੀ ਹੋਣੀ ਚਾਹੀਦੀ ਹੈ, ਫॉर द ਪੀਪਲ ਬਾਏ ਦ ਪੀਪਲ, ਤੇ ਫਿਰ ਬੈਲਟ ਪੇਪਰ ਤੇ ਪਤਾ ਲੱਗੂਗਾ ਵੀ ਅਸਲੀ ਲੜਾਈ ਤੇ ਅਸਲੀ ਖੇਡ ਤੇ ਅਸਲੀ ਖਿਡਾਰੀ ਤੇ ਅਸਲੀ ਜੇਤੂ ਕੌਣ ਹੈ। ਸੋ ਆਈ ਥਿੰਕ ਇਹ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਜਿਹੜੇ ਵੀ ਬੰਦੇ ਨੂੰ ਅੱਗੇ ਲਿਆਉਣਾ ਉਹਨੂੰ ਬੈਕਿੰਗ ਕਰੋ। ਔਰ ਅੱਜ ਪੰਜਾਬ ਕੋਲ ਲਾਸਟ ਮੌਕਾ ਹੈ, ਜੇ ਨਵਜੋਤ ਸਿੰਘ ਸਿੱਧੂ ਨੂੰ ਬੈਕ ਨਾ ਕੀਤਾ ਨਾ, ਪੰਜਾਬ ਸਾਰੇ ਨੇ ਇਕੱਠੇ ਮਿਲ ਕੇ ਜਿੰਨੀਆਂ ਨਵੀਆਂ ਪਾਰਟੀਆਂ ਬਣੀਆਂ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀਆਂ ਕਰ ਗਿਆ ਕਿ ਤੁਸੀਂ ਇੱਕ ਝੰਡੇ ਥੱਲੇ ਆ ਜਾਓ। ਮੈਂ ਜਥੇਬੰਦੀਆਂ ਨੂੰ ਬੇਨਤੀਆਂ ਕਰਕੇ ਥੱਕ ਗਿਆ ਵੀ ਤੁਸੀਂ ਇਕੱਠੇ ਹੋ ਜਾਓ, ਰੱਬ ਦਾ ਵਾਸਤਾ ਪੰਜਾਬ ਲਈ ਇਕੱਠੇ ਹੋ ਜਾਓ, ਇੱਕ ਵਾਰੀ ਇਕੱਠੇ ਹੋ ਜਾਓ, ਮੁੜ ਕੇ ਭਾਵੇਂ ਡਾਂਗਾ ਮਾਰ ਕੇ ਸਿਰ ਪਾੜ ਦੇ ਇੱਕ ਦੂਜੇ ਤੇ ਕੋਈ ਫਰਕ ਨਹੀਂ, ਪਰ ਇੱਕ ਲੀਡਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਲਿਆ ਕੇ ਸਾਰੇ ਬੰਦੇ, ਭਾਵੇਂ ਉਹ ਦੀਪ ਸਿੱਧੂ ਹੈ, ਭਾਵੇਂ ਉਹ ਸਿਧਾਣਾ ਹੈ, ਭਾਵੇਂ ਉਹ ਜਥੇਬੰਦੀਆਂ, ਭਾਵੇਂ ਕੋਈ ਵੀ ਹੈ, ਸਾਰੇ ਇਕੱਠੇ ਹੋ ਕੇ ਆ ਜਾਓ। ਫਿਰ ਜਿਹੜਾ ਗੱਦਾਰ ਹੋਊਗਾ, ਮਾੜਾ ਹੋਊਗਾ, ਕਹਿੰਦਾ ਨਾਈਆ ਬਾਲ ਕਿੱਡੇ ਕਹਿੰਦਾ ਜਜਮਾਨਾਂ ਸਾਹਮਣੇ ਆ ਜਾਣੇ, ਫਿਰ ਉਹਦਾ ਵੀ ਪਤਾ ਲੱਗ ਜਾਊਗਾ 5 ਸਾਲਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਕਿੰਨੇ ਪਾਣੀ 'ਚ ਤੇ ਬਾਕੀ ਕਿੰਨੇ ਪਾਣੀ 'ਚ। ਸਰ ਲੇਕਿਨ ਮੋਰਚੇ ਵਾਲੇ ਜਿਹੜੇ ਮੈਂ ਕਹਿ ਸਕਦੇ ਹਾਂ ਆਗੂ ਨੇ, ਫਿਲਹਾਲ ਉਹ ਇਹ ਕਹਿੰਦੇ ਨੇ ਵੀ ਅਸੀਂ ਜੇ ਸਿਆਸਤ ਵਾਲੀ ਗੱਲ ਕਰਾਂਗੇ ਤਾਂ ਇਸ ਵੇਲੇ ਮੋਰਚੇ ਨੂੰ ਢਾਹ ਲੱਗ ਸਕਦੀ ਹੈ, ਇਸ ਕਰਕੇ ਅਸੀਂ ਸਿਆਸਤ ਵਾਲੀ ਗੱਲ ਕਰਨੀ ਨਹੀਂ। ਹਾਲਾਂਕਿ ਚੜੂਨੀ ਸਾਹਿਬ ਖੁਦ ਇਲੈਕਸ਼ਨ ਲੜੇ ਨੇ 2019 ਦੇ ਵਿੱਚ, ਚੜੂਨੀ ਸਾਹਿਬ ਦੀ ਵਾਈਫ ਆਮ ਆਦਮੀ ਪਾਰਟੀ ਦੇ ਲੋਕ ਸਭਾ ਇਲੈਕਸ਼ਨ 2014 'ਚ ਲੜੇ ਨੇ, ਟਿਕੈਤ ਸਾਹਿਬ 2 ਵਾਰ ਇਲੈਕਸ਼ਨ ਲੜ ਚੁੱਕੇ ਨੇ, ਤੇ ਸਿਆਸੀ ਜਿਹੜਾ ਹੈਗਾ ਹੈ ਆਪਾਂ ਇੱਕ ਤਸਵੀਰ ਅਲੱਗ ਨਹੀਂ ਕਰ ਸਕਦੇ, ਕਿਉਂਕਿ ਡਾਕਟਰ ਬਲਬੀਰ ਵੀ ਸਟੇਜਾਂ ਤੋਂ ਜਾ ਕੇ ਹੁਣ ਵੀ ਬੋਲ ਰਹੇ ਨੇ, ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹ ਹੁਣ ਵੀ ਬੋਲ ਰਹੇ ਨੇ ਉੱਥੇ ਸਟੇਜਾਂ 'ਤੇ। ਦੱਸੋ, ਆਪਣੇ ਸਾਹਮਣੇ ਹੀ ਹੈ। ਹੁਣ ਮੈਂ ਗੱਲ ਪੁੱਛਣਾ ਚਾਹੁੰਦਾ, ਠਾਕੁਰ ਸਾਹਿਬ, ਕੋਈ ਸਟੇਟ, ਕੋਈ ਕੰਟਰੀ ਪੋਲੀਟੀਕਲ ਸਿਸਟਮ ਬਗੈਰ ਚੱਲ ਸਕਦੀ ਹੈ? ਨਹੀਂ ਚੱਲ ਸਕਦੀ, ਆਪਾਂ ਨੂੰ ਸਭ ਨੂੰ ਪਤਾ ਨਹੀਂ ਚੱਲ ਸਕਦੀ। ਪੋਲੀਟੀਕਲ ਸਿਸਟਮ, ਕੌਣ ਤੁਹਾਨੂੰ ਕਹਿੰਦਾ ਅੰਦੋਲਨ ਨੂੰ ਸੱਟ ਲੱਗੂਗੀ? ਸਗੋਂ ਤੁਸੀਂ ਜ਼ਿਆਦਾ ਤਕੜੇ ਹੋ ਜਾਓਗੇ, ਤੁਸੀਂ ਅੰਦੋਲਨ ਵੀ ਸੰਭਾਲੋ, ਤੁਸੀਂ ਪੰਜਾਬ ਦੀ ਸੱਤਾ ਵੀ ਚਲਾਓ। ਤੁਸੀਂ ਨਹੀਂ ਲੜਨਾ, ਤੁਸੀਂ ਆਪਣੇ 117 ਬੰਦੇ ਦਿਓ, ਨਾ ਲੜੋ, ਤੁਸੀਂ ਅੰਦੋਲਨ ਸੰਭਾਲੋ ਕਿ ਵੀ ਇਸ ਤਰ੍ਹਾਂ ਤੁਸੀਂ ਆਹ ਤੇਰੀ ਡਿਊਟੀ ਲਾਤੀ, ਤੂੰ ਕਮੇਟੀ ਦੇ ਆਪਣੀ ਕਮੇਟੀ ਬਣਾ ਦਿਓ, 117 ਬੰਦੇ ਆਹ ਇਲੈਕਸ਼ਨ ਲੜਾਉਣੀ ਆ, ਆਹ ਸਾਡਾ ਲੀਡਰ ਹੈ, ਤੁਸੀਂ ਆਪ ਕਰੋ, ਤੁਹਾਡਾ ਅੰਦੋਲਨ ਵੀ ਸੰਭਾਲਿਆ ਜਾਊਗਾ, ਤੁਹਾਡਾ ਪੰਜਾਬ ਵੀ ਸੰਭਾਲਿਆ ਜਾਊਗਾ। ਉਸ ਅੰਦੋਲਨ ਦਾ ਕੀ ਕਰੋਗੇ? ਬਿੱਲ ਵਾਪਸ ਕਰਵਾ ਕੇ ਜਦ ਪੰਜਾਬ 'ਚ ਵਾਪਸ ਆਓਗੇ ਤਾਂ ਫਿਰ ਉਹੀ ਛਿੱਤਰ ਪੈਣਗੇ ਜਿਹੜੇ ਤੁਹਾਨੂੰ ਪਹਿਲਾਂ ਪੈਂਦੇ ਨੇ, ਰਾਈਟ ਔਰ ਰੋਂਗ, ਫਿਰ ਉਹੀ ਕਰਨਗੇ ਜੋ ਕੁਛ ਉਹ ਪਹਿਲਾਂ ਕਰਦੇ ਆ, ਔਰ ਸ਼ਾਇਦ ਐਤਕੀ ਜ਼ਿਆਦਾ ਮਾੜਾ ਕਰਨ, ਕਿਉਂਕਿ ਗੁੱਸੇ 'ਚ ਬਹੁਤ ਨੇ, ਬਦਲਾ ਲੈਣਾ ਚਾਹੁੰਦੇ ਨੇ ਵੀ ਸਾਡੇ ਖਿਲਾਫ ਕਿਸਾਨ ਖੜੇ ਹੋਏ, ਸਾਡੇ ਖਿਲਾਫ ਜਥੇਬੰਦੀਆਂ ਖੜੀਆਂ ਹੋਈਆਂ, ਸਾਡੇ ਖਿਲਾਫ ਯੂਥ ਖੜਾ ਹੋਇਆ, ਔਰ ਜੇ ਉਹਨਾਂ ਦੇ ਹੱਥ ਸੱਤਾ ਆਈ ਫਿਰ ਉਹਨਾਂ ਨੇ ਪੰਜਾਬ ਦਾ ਉਹੀ ਹਾਲ ਕਰ ਦੇਣਾ ਜਦ ਟਾਵਾਂ ਜਵਾਨ ਲੱਭਦਾ ਸੀ ਤੇ ਸਾਰੇ ਮਰ ਗਏ ਸੀ। ਸੋ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਜਥੇਬੰਦੀਆਂ ਨੂੰ ਵੀ, ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਆਪਣੀ ਪਾਵਰ ਲਿਆਓ। ਨਵਜੋਤ ਸਿੰਘ ਸਿੱਧੂ ਨੂੰ, ਸਗੋਂ ਜਥੇਬੰਦੀਆਂ ਨੂੰ ਆਪ ਕਹਿਣਾ ਚਾਹੀਦਾ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਬਾਹਰ ਨਿਕਲ, ਤੂੰ ਲੀਡਰਸ਼ਿਪ ਪੰਜਾਬ ਦੀ ਸੰਭਾਲ, ਅਸੀਂ ਇੱਥੇ ਅੰਦੋਲਨ ਸੰਭਾਲ ਰਹੇ ਹਾਂ। ਜੇ ਦੋਨੋਂ ਇਕੱਠੇ ਹੋ ਜਾਣ ਤਾਂ ਮੈਂ ਕਹਿੰਦਾ ਗੁਲਦਸਤਾ ਇੰਨਾ ਖੂਬਸੂਰਤ ਤੇ ਇੰਨਾ ਤਾਕਤਵਰ ਬਣ ਜਾਊਗਾ ਜਿਹਦਾ ਆਪਾਂ ਅੰਦਾਜ਼ਾ ਵੀ ਨਹੀਂ ਕਰ ਸਕਦੇ। ਕਿਉਂਕਿ ਜਿਵੇਂ ਤੁਸੀਂ ਗੱਲ ਕਹੀਏ, ਜੇ ਤਿੰਨੋਂ ਖੇਤੀ ਕਾਨੂੰਨ ਕੇਂਦਰ ਸਰਕਾਰ ਵਾਪਸ ਵੀ ਲੈਂਦੀ ਹੈ, ਲੇਕਿਨ ਉਹਨਾਂ ਕਿਸਾਨਾਂ ਦਾ ਕੀ, ਉਹਨਾਂ ਪਰਿਵਾਰਾਂ ਦਾ ਕੀ ਜਿਨ੍ਹਾਂ ਦੇ ਜੀ ਪਹਿਲਾਂ ਹੀ ਸੁਸਾਈਡ ਕਰ ਚੁੱਕੇ ਨੇ, ਖੁਦਕੁਸ਼ੀ ਕਰ ਚੁੱਕੇ ਨੇ, ਜਾਂ ਬਿੱਲ ਵਾਪਸ ਹੋਣ ਤੋਂ ਬਾਅਦ ਵੀ ਗਰੰਟੀ ਦਾ ਕੋਈ ਨਹੀਂ ਵੀ ਕਿਸਾਨ ਆਤਮ ਹੱਤਿਆ ਨਹੀਂ ਕਰੇਗਾ, ਉਹ ਤਾਂ ਫਿਰ ਵੀ ਕਰੇਗਾ, ਲੇਕਿਨ ਜਦੋਂ ਤੱਕ ਕਿਸਾਨ ਖੁਦ ਆਪਣੇ ਹੱਥ ਦੇ ਵਿੱਚ ਵਾਗਡੋਰ ਨਹੀਂ ਲਏਗਾ ਸੂਬੇ ਦੀ, ਉਦੋਂ ਤੱਕ ਮੇਰੇ ਖਿਆਲ 'ਚ ਭਵਿੱਖ ਕਿਸਾਨੀ ਦਾ ਨਹੀਂ ਬਦਲ ਸਕਦਾ। ਆਪਾਂ ਇਕੱਲੀ ਕਿਸਾਨੀ ਦੀ ਕਿਉਂ ਗੱਲ ਕਰਦੇ ਹਾਂ? ਆਪਾਂ ਸਾਰੇ ਵਰਗ ਦੇ ਲੋਕਾਂ ਦੀ ਗੱਲ ਕਰਦੇ ਹਾਂ, ਸਾਰੇ ਧਰਮ ਦੇ ਲੋਕਾਂ ਦੀ ਗੱਲ ਕਰਦੇ ਹਾਂ। ਕੈਸੀ ਸਿਆਸਤ ਦੇਸ਼ 'ਚ ਹੋ ਰਹੀ ਹੈ ਕਿ ਅੱਜ ਵੀ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਾਇਆ ਜਾ ਰਿਹਾ, ਲੜਾਇਆ ਜਾ ਰਿਹਾ। ਤੁਸੀਂ ਐਸੇ ਲੋਕਾਂ ਨੂੰ ਕੀ ਕਹੋਗੇ? ਦੇਵਤਾ ਕਹੋਗੇ ਕਿ ਸ਼ੈਤਾਨ ਕਹੋਗੇ? ਇਹ ਤੁਸੀਂ ਦੇਖੋ ਕੀ ਕਹਿਣਾ। ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਠਾਕੁਰ ਸਾਹਿਬ ਕਿ ਜਿਹੜੇ ਕਿਸਾਨ, ਆਹ ਬਿੱਲ ਨਹੀਂ ਸੀ ਬਣੇ, ਕਿਸਾਨ ਦਾ ਕੀ ਹਾਲ ਸੀ? ਤੇ ਦੇਖਿਆ ਕਿੰਨਾ ਬੁਰਾ ਹਾਲ, ਕਿੰਨੇ ਹਜ਼ਾਰਾਂ ਕਿਸਾਨ ਖੁਦਕੁਸ਼ੀ ਕਰ ਗਏ। ਇਹ ਬਿੱਲ ਵਾਪਸ ਹੋ ਜਾਣਗੇ, ਕੀ ਗੱਲ ਹਾਲਤ ਕਿਸਾਨ ਦਾ ਠੀਕ ਹੋ ਜਾਊਗਾ? ਨਹੀਂ ਹੋਣਾ ਨਾ। ਉਦੋਂ ਹੀ ਹਾਲਾਤ ਠੀਕ ਹੋਣਗੇ ਜਦ ਸੱਤਾ ਤੁਹਾਡੇ ਹੱਥ 'ਚ ਆਊਗੀ, ਪਾਵਰ ਤੁਹਾਡੇ ਹੱਥ 'ਚ ਆਊਗੀ। ਔਰ ਅੱਜ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ, ਜਿਸ ਤਰ੍ਹਾਂ ਬੰਗਾਲ ਦੇ ਵਿੱਚ ਹੋਇਆ, ਜੇ ਪੰਜਾਬ ਦੇ ਵਿੱਚ ਇੱਦਾਂ ਹੋ ਗਿਆ, ਤੁਸੀਂ ਸਾਰੇ ਦੇਸ਼ ਦੀਆਂ ਸਟੇਟਾਂ ਦੇ ਵਿੱਚ ਨਵਾਂ ਰਾਜ ਤੇ ਨਵੇਂ ਲੋਕ ਹੋਣਗੇ, ਸਾਰੀਆਂ ਪੁਰਾਣੀਆਂ ਪਾਰਟੀਆਂ ਬਾਹਰ ਚਲੇ ਜਾਣਗੀਆਂ। ਇਹ ਮੈਂ ਤੁਸੀਂ ਲਿਖ ਕੇ ਲੈ ਲਓ। ਮੈਂ ਇਲਤਜ਼ਾਈ ਕਰ ਸਕਦਾ, ਕਹਿ ਸਕਦਾ ਕਿ ਪੰਜਾਬ ਨੂੰ ਅਖੀਰਲਾ ਮੌਕਾ ਹੈ, ਔਰ ਇੱਕ ਤੁਹਾਡਾ
ਸੂਬਾ ਉਸ ਅਕਾਲ ਪੁਰਖ ਨੇ ਤੁਹਾਨੂੰ ਇੱਕ ਬੰਦਾ, ਇੱਕ ਚੰਦ ਤੇ ਇੱਕ ਸੂਰਜ ਭੇਜਿਆ ਹੈ। ਉਹ ਨਵਜੋਤ ਸਿੰਘ ਸਿੱਧੂ ਦੇ ਰੂਪ 'ਚ ਉਹਦੇ ਪਿੱਛੇ ਲੱਗ ਕੇ ਇੱਕ ਵਾਰੀ ਸੱਤਾ ਲੈ ਆਓ ਆਪਣੀ, ਉਸ ਤੋਂ ਬਾਅਦ ਤੁਹਾਨੂੰ ਇਹਨਾਂ ਲੋਕਾਂ ਦੀ ਲੋੜ ਹੀ ਨਹੀਂ ਪੈਣੀ। ਸਰ ਉਹ ਇੱਕ ਸਵਾਲ ਲੋਕਾਂ ਦਾ ਇਹ ਵੀ ਹੈ, ਸਿੱਧੂ ਸਾਹਿਬ ਆਪ ਤਾਂ ਨਿਕਲਣ ਨਾ, ਆਪ ਤਾਂ ਹਾਲੇ ਉੱਥੇ ਹੀ ਨੇ, ਆਪ ਤਾਂ ਕੁਝ ਹੰਬਲਾ ਮਾਰਨ, ਲੋਕ ਤਾਂ ਤਿਆਰ ਨੇ ਨਾਲ ਚੱਲਣ ਨੂੰ। ਦੇਖੋ ਹੁਣ ਅਸੀਂ ਰੈਲੀਆਂ ਕਰਨੀਆਂ ਸੀ, ਠੀਕ ਹੈ, ਅਸੀਂ ਡਿਸਾਈਡ ਕੀਤਾ ਸੀ ਵੀ ਰੈਲੀਆਂ ਕਰਾਂਗੇ, ਤੇ ਇਹਨਾਂ ਨੂੰ ਕਿਤੇ ਖਬਰ ਮਿਲ ਗਈ ਹੋਣੀ ਹੈ। ਹਾਂ, ਮੇਰੇ ਵਰਗਾ ਬੰਦਾ ਬੋਲ ਦਿੰਦਾ, ਕਈ ਬੰਦੇ ਚੁੱਪ ਰਹਿੰਦੇ ਆ। ਇਹਨਾਂ ਨੇ ਹੁਣ ਆ ਬੰਦ ਕਰ, ਕਰੋਨਾ ਦਾ ਬਹਾਨਾ ਲਾ ਕੇ ਤੇ ਬੰਦ ਕਰਾਤਾ, ਠੀਕ ਹੈ ਜੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਉੱਥੇ ਦਿੱਲੀ ਦਰਬਾਰ 'ਚ ਕਰੋਨੇ ਕਿੰਨੇ ਕੁ ਮਰ ਗਏ, ਕਿੰਨੇ ਕਰੋਨੇ ਹੋ ਗਏ ਬਿਮਾਰੀ। ਤੁਸੀਂ ਹੁਣ ਸਿਰਫ ਕਿ ਰੈਲੀਆਂ ਬੰਦ ਹੋ ਜਾਣ, ਤੁਹਾਨੂੰ ਮੌਕਾ ਮਿਲ ਜੇ, ਤੁਸੀਂ ਇਹ ਲੋਕਡਾਊਨ ਲਾਇਆ ਹੋਇਆ, ਤੁਸੀਂ ਲੋਕਡਾਊਨ ਖੋਲ੍ਹੋ ਤਾਂ ਸਹੀ, ਠੀਕ ਹੈ। ਤੁਹਾਨੂੰ ਦੱਸੀਏ ਰੈਲੀਆਂ ਕਰਕੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੈਂ ਚੱਕ ਕੇ ਸਟੇਜ 'ਤੇ ਲੈ ਕੇ ਆਊਂਗਾ, ਨਾ ਲੈ ਕੇ ਆਇਆ ਤਾਂ ਮੈਨੂੰ ਮੇਰੀ ਦਾੜੀ ਮੁੜ ਦਿਓ ਜੀ। ਕਿਹੜੀ ਗੱਲ ਹੈ, ਖੋਲ੍ਹੋ। ਅਸੀਂ ਰੈਲੀਆਂ ਕਰਦੇ ਸੀ ਤਾਂ ਪਲਾਨ ਕੀਤਾ ਹੋਇਆ ਸੀ, ਆਊਗਾ ਕਿ ਮੈਨੂੰ ਨਾਲ ਲੈ ਕੇ ਜਾਊਂਗਾ, ਰੈਲੀਆਂ ਦੇ ਵਿੱਚ ਬੋਲੂਗਾ, ਸਾਰੀ ਦੁਨੀਆ ਦੇ ਵਿੱਚ ਬੋਲੂਗਾ। ਨਹੀਂ, ਮੈਂ ਜ਼ਿੰਦਗੀ 'ਚ ਉਹਨੂੰ ਬੁਲਾਉਣਾ ਛੱਡ ਦੇਣਾ, ਇਹ ਵੀ ਤੁਹਾਨੂੰ ਦੱਸ ਦਿੰਦਾ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਆ ਲੋਕਡਾਊਨ ਇਸ ਡਰ ਦੇ ਮਾਰੇ, ਹੁਣ ਟਵੀਟ ਹੀ ਕਰ ਸਕਦਾ ਨਾ, ਹੁਣ ਬਾਹਰ ਕਿੱਥੋਂ ਆਵੇ, ਟਵੀਟ ਕਰ ਸਕਦਾ ਹੈ, ਪ੍ਰੈਸ ਕਾਨਫਰੰਸਿਸ ਕਰ ਸਕਦਾ, ਕਹਿ ਸਕਦਾ, ਲੇਕਿਨ ਤੁਸੀਂ ਡਰਦੇ ਇੰਨੇ ਹੋ ਤੋਂ ਕਿ ਜੇ ਕਿਤੇ ਅਸੀਂ ਆਹ ਖੋਲ੍ਹਤਾ ਤੇ ਮੁੜ ਕੇ ਜੇ ਰੈਲੀਆਂ ਕਰਨ ਲੱਗ ਗਿਆ, ਰੈਲੀ ਅੱਜ ਨਹੀਂ ਤਾਂ ਕੱਲ੍ਹ ਨੂੰ ਕਰਾਂਗੇ, ਠੋਕ ਕੇ ਕਰਾਂਗੇ। ਜੇ ਫਿਰ ਪੰਜਾਬ ਦਾ ਸਾਰਾ ਯੂਥ ਨਾਲ ਤੁਰੂਗਾ ਤੇ ਫਿਰ ਲਾਕਡਾਊਨ ਦੇ ਵਿੱਚ ਵੀ ਰੈਲੀਆਂ ਹੋਣਗੀਆਂ। ਆ ਜਾਓ ਜੀ, ਜਿਹੜੀ ਪੁਲਿਸ ਮਿਲਟਰੀ ਲਿਆਉਣੀ ਉਹ ਵੀ ਲੈ ਆਇਓ, ਨਾਲੇ ਲੋਕਾਂ ਨੂੰ ਪਤਾ ਲੱਗੂਗਾ ਵੀ ਆਪ ਦੇ ਕਿਵੇਂ ਮਾਰਦੇ ਇੱਕ ਦੂਜੇ ਨੂੰ। ਤੇ ਨਵਜੋਤ ਸਿੰਘ ਸਿੱਧੂ ਨੂੰ ਨਾਲ ਸਾਰੀ ਦੁਨੀਆ ਲੈ ਕੇ ਚੱਲੂਗੀ, ਸਾਰਾ ਪੰਜਾਬ ਦਾ ਯੂਥ, ਵਿੱਚੇ ਲੱਖਾ ਚੱਲੂ, ਵਿੱਚੇ ਦੀਪ ਸਿੱਧੂ ਚੱਲੂ, ਸਾਰੇ ਚੱਲਣਗੇ। ਮੈਂ ਤਾਂ ਇਲਤਜ਼ਾ ਕਰ ਸਕਦਾ, ਪਰ ਲੈ ਕੇ ਜਾਵਾਂਗੇ ਰੈਲੀਆਂ ਤੇ, ਔਰ ਇੱਦਾਂ ਹੀ ਬੋਲੂਗਾ ਜਿਵੇਂ ਬੋਲ ਰਿਹਾ, ਔਰ ਇੱਦਾਂ ਹੀ ਦੱਸੂਗਾ ਕੀ ਕੁਛ ਹੁੰਦਾ ਰਿਹਾ ਤੇ ਕੀ ਕੁਛ ਆਪਾਂ ਨੂੰ ਕਰਨਾ ਚਾਹੀਦਾ। ਤੁਸੀਂ ਉਸ ਬੰਦੇ ਨੂੰ 1 ਘੰਟਾ ਸੁਣ ਲਓ ਨਾ, 1 ਘੰਟਾ ਕਿਸੇ ਵੀ ਰੈਲੀ 'ਚ ਆ ਕੇ, ਮੈਂ ਸ਼ਰਤ ਲਾ ਕੇ ਕਹਿਣਾ ਨਵਜੋਤ ਸਿੰਘ ਸਿੱਧੂ ਅੱਜ ਆਵੇ, ਕੱਲ੍ਹ ਆਵੇ, ਠਾਕੁਰ ਸਾਹਿਬ 1 ਮਹੀਨੇ ਦੇ ਵਿੱਚ ਉਹ ਐਸੀ ਵੇਵ, ਐਸਾ ਤਹਿਲਕਾ ਮਚਾ ਦੇਗਾ ਕਿ ਪੰਜਾਬ ਦਾ ਬੰਦੇ ਤਾਂ ਛੱਡੋ, ਜਾਨਵਰ ਵੀ ਵੋਟ ਨਵਜੋਤ ਸਿੰਘ ਸਿੱਧੂ ਨੂੰ ਪਾਉਣਗੇ। ਇਹਦਾ ਡਰ, ਇਹਦਾ ਖੌਫ ਇਹ ਸਿਆਸੀ ਪਾਰਟੀ ਨੂੰ ਬਹੁਤ ਰਹਿੰਦਾ ਹੈ। ਇਸ ਕਰਕੇ ਇਹ ਕਰੋਨਾ ਦਾ ਬਹਾਨਾ ਕਰਕੇ ਲਾਕਡਾਊਨ ਲੱਗਿਆ। ਸਰ ਤੁਸੀਂ ਕਹਿ ਰਹੇ ਹੋ 1 ਮਹੀਨਾ ਵੀ ਸੁਣ ਲਾਂਗੇ, ਕਿਤੇ ਫਿਰ ਉਹ ਉਸ ਮਹੀਨੇ ਦੀ ਉਡੀਕ ਵਿੱਚ ਹੀ ਤਾਂ ਨਹੀਂ ਨਵਜੋਤ ਸਿੰਘ ਸਿੱਧੂ ਵੱਡਾ ਜਿਹੜਾ ਧਮਾਕਾ ਜਾਂ ਵੱਡਾ ਜਿਹੜਾ ਐਲਾਨ ਉਹ ਕਦੋਂ ਕਰਨਗੇ ਉਹ, ਇਹ ਸਾਰੇ ਲੋਕ ਪੁੱਛ ਰਹੇ ਨੇ। ਤੁਹਾਡੀ ਬਿਲਕੁਲ ਗੱਲ ਠੀਕ ਹੈ। ਹੁਣ ਤਾਂ ਪੱਤੇ ਖੁੱਲ੍ਹ ਗਏ, ਹੁਣ ਤਾਂ ਕੋਈ ਮੁੱਠੀ ਬੰਦ ਰਹਿ ਨਹੀਂ ਗਈ, ਹੁਣ ਤਾਂ ਡਾਇਰੈਕਟ ਗੱਲ ਆ ਗਈ, ਬੜੀਆਂ ਗੱਲਾਂ ਉਹਨੇ ਕਹਿ ਵੀ ਦਿੱਤੀਆਂ। ਹੁਣ ਤਾਂ ਸਿਰਫ ਇੰਨਾ ਕੀ, ਹੁਣ ਦੇਖੋ ਮਿਲ ਵੀ ਰਿਹਾ ਸਾਰਿਆਂ ਨੂੰ, ਉਹਦੇ ਘਰ ਲੋਕੀ ਜਾਂਦੇ ਨੇ, ਪੰਚਕੂਲੇ ਮਿਲਦੇ ਨੇ, ਉਹ ਹਰੇਕ ਨੂੰ ਮਿਲ ਰਿਹਾ, ਮੰਤਰੀਆਂ ਨੂੰ ਵੀ ਮਿਲ ਰਿਹਾ, ਦੂਜਿਆਂ ਨੂੰ ਵੀ ਮਿਲ ਰਿਹਾ। ਜਿੱਦਣ ਹੁਣ ਨਿਕਲ ਦੀ ਗੱਲ ਰਹਿ ਗਈ, ਹੁਣ ਤਾਂ ਇਹ ਵੀ ਜਦ ਰੈਲੀ ਹੋ ਰਹੀ ਹੈ ਤਾਂ ਨਵਜੋਤ ਸਿੰਘ ਸਿੱਧੂ ਆ ਰਿਹਾ, ਉੱਥੇ ਰੈਲੀ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਆ ਰਿਹਾ, ਆਪਣੀ ਸਿਆਸੀ ਝੰਡਾ ਛੱਡ ਕੇ ਕਿਸਾਨਾਂ ਵਾਸਤੇ। ਮੈਂ ਤਾਂ ਇਹ ਵੀ ਕਿਹਾ ਸੀ ਵੀ ਚੱਲ ਆਪਾਂ ਕਿਸਾਨਾਂ ਦੇ ਕੋਲ ਚੱਲੀਏ, ਉਹਨੇ ਮੈਨੂੰ ਗੱਲ ਕਹੀ, ਮੈਂ ਯੋਗਬਾਦ ਚੱਲਦਾ ਤੁਹਾਡੇ ਨਾਲ, ਲੇਕਿਨ ਉੱਥੇ ਜਾ ਕੇ ਪੋਲੀਟੀਕਲ ਸਟੇਜ ਬਣ ਜਾਣੀ ਹੈ, ਕਿਉਂਕਿ ਇਹਨਾਂ ਨੇ ਮਨਾ ਕੀਤਾ ਹੋਇਆ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਕਿਸਾਨਾਂ ਦਾ ਅੰਦੋਲਨ ਖਰਾਬ ਹੋਵੇ। ਕਿੰਨੀ ਸੋਹਣੀ ਗੱਲ ਹੈ, ਪਰ ਹੁਣ ਤਾਂ ਗੱਲ ਓਪਨ ਹੈ। ਸੋ ਮੈਨੂੰ ਉਮੀਦ ਹੈ ਕਿ ਜਦ ਵੀ ਲਾਕਡਾਊਨ ਖੁੱਲੂਗਾ ਨਵਜੋਤ ਸਿੰਘ ਸਿੱਧੂ ਬਾਹਰ ਆ ਕੇ ਜ਼ਰੂਰ ਸਟੇਜ 'ਤੇ ਰੈਲੀਆਂ 'ਤੇ ਬੋਲੂਗਾ। ਕੀ ਉਹਨੇ ਕਰਨਾ ਇਹ ਉਹ ਜਾਣਦਾ। ਸਰ ਲੇਕਿਨ ਕਿਤੇ ਇਹ ਨਾ ਹੋਵੇ ਕਿ ਦੇਰ ਬਹੁਤ ਹੋ ਜਾਵੇ, ਨਵਜੋਤ ਸਿੰਘ ਸਿੱਧੂ ਨੂੰ ਫਿਰ ਜਵਾਬ ਦੇਣਾ ਔਖਾ ਹੋ ਜਾਣਾ। ਮੈਂ ਇਸ ਗੱਲ 'ਤੇ ਵੀ ਯਕੀਨ ਕਰਦਾ, ਔਰ ਮੈਂ ਇਹ ਵੀ ਗੱਲ ਇਸ ਤੋਂ ਵੱਧ ਚੜ੍ਹ ਕੇ ਕਹੀ ਹੈ ਉਹਨੂੰ। ਮੈਂ ਕਿਹਾ ਜੇ ਤੂੰ ਨਾ ਤੁਰਿਆ ਔਰ ਜੇ ਪੰਜਾਬ ਹਨੇਰੇ 'ਚ ਡੁੱਬਿਆ, ਤੂੰ ਖੁੱਲ੍ਹ ਕੇ ਬਾਹਰ ਨਾ ਆਇਆ, ਮੈਂ ਗੱਲ ਕਹਿ ਕੇ ਜਾਊਂਗਾ ਜ਼ਿੰਦਗੀ 'ਚ ਕਿ ਤੂੰ ਪੰਜਾਬ ਨਾਲ ਧੋਖਾ ਕੀਤਾ, ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਇਸ ਕਰਕੇ ਮੇਰੀ ਇਲਤਜ਼ਾ ਹੈ ਕਿ ਤੂੰ ਬਾਹਰ ਨਿਕਲੇਗਾ, ਜਦ ਵੀ ਨਿਕਲੇਗਾ, ਜਦ ਵੀ ਤੈਨੂੰ ਟਾਈਮ ਲੱਗਦਾ ਕਿ ਤੂੰ ਸਮਝਦਾ ਰਾਈਟ ਹੈ, ਟਾਈਮ ਵਾਕਈ ਬਹੁਤ ਥੋੜ੍ਹਾ ਰਹਿ ਗਿਆ, ਔਰ ਜੇ ਤੂੰ ਨਾ ਬਾਗਡੋਰ ਫੜੀ, ਨਾ ਕੀਤਾ, ਫਿਰ ਲੋਕ ਤੈਨੂੰ ਵੀ ਕਹਿਣਗੇ ਕਿ ਤੂੰ ਵੀ ਪੰਜਾਬ ਦਾ ਇੱਕ ਗੱਦਾਰ ਦੀ ਲਿਸਟ 'ਚ ਆਏਗਾ। ਇਹ ਮੈਨੂੰ ਕਿਹਾ ਸਰ ਲੇਕਿਨ ਉਸ ਤੋਂ ਬਾਅਦ ਲੋਕਾਂ ਨੂੰ ਵਿਸ਼ਵਾਸ ਕਰਨਾ ਕਿਸੇ 'ਤੇ ਮੇਰੇ ਖਿਆਲ ਹੋਰ ਔਖਾ ਹੋ ਜਾਣਾ। ਬਿਲਕੁਲ ਠੀਕ ਹੈ, ਜਿੰਨਾ ਵਿਸ਼ਵਾਸ ਇਸ ਲੋਕ ਹੋਰ ਤਾਂ ਕਿਸੇ ਨੇ ਕਿਸੇ ਮੇਰੀ ਧੌਣ ਜ਼ਰੂਰ ਲਾ ਦੇਣਗੇ ਵੀ ਤੂੰ ਕਹਿੰਦਾ ਸੀ। ਔਰ ਇਹ ਇੱਕ ਬਹੁਤ ਵੱਡੀ ਗੱਲ ਹੈ, ਗੁਰੂ ਦੀ ਕਿਰਪਾ ਹੋਈ ਹੈ ਕਿ ਲੋਕ ਮੈਨੂੰ ਬਹੁਤ ਮੰਨਦੇ ਇਸ ਗੱਲ 'ਤੇ। ਮੈਨੂੰ ਲੋਕ ਯੂਥ ਸਾਰਾ ਕਹਿੰਦਾ ਹੈ ਕਿ ਅਸੀਂ ਭਾਜੀ ਤੁਹਾਡੇ 'ਚ ਸੱਚ ਦੇਖਦੇ ਹਾਂ, ਤੁਸੀਂ ਕਿਤੇ ਸਾਨੂੰ ਛੱਡ ਨਾ ਜਾਇਓ। ਮੈਂ ਇੱਕੋ ਗੱਲ ਆਵਾਮ ਨੂੰ ਕਹੀ, ਸਾਰੇ ਪੰਜਾਬ ਨੂੰ ਫਿਰ ਕਹਿਣਾ, ਨਵਜੋਤ ਸਿੰਘ ਸਿੱਧੂ ਚੱਲੇ ਨਾ ਚੱਲੇ, ਮੈਂ ਤੁਹਾਡੇ ਨਾਲ ਖੜ੍ਹ ਕੇ ਆਪਣੀ ਗਰਦਨ ਨਿਭਾਊਂਗਾ, ਨਾਲ ਖੜ੍ਹ ਕੇ ਤੁਹਾਡੇ ਨਾਲ ਜਦ ਤੱਕ ਸਾਹ ਨਾ ਸਾਹ ਚੱਲਦਾ ਤੁਹਾਡੇ ਨਾਲ ਖੜੂੰਗਾ। ਪਰ ਜੇ ਨਵਜੋਤ ਸਿੰਘ ਸਿੱਧੂ ਨਾ ਚੱਲਿਆ ਤਾਂ ਜ਼ਿੰਦਗੀ 'ਚ ਉਹਦੇ ਨੂੰ ਕਲਾਮ ਵੀ ਨਹੀਂ ਕਰੂੰਗਾ। ਮੈਂ ਸਮਝੂੰਗਾ ਮੇਰਾ ਇਹੋ ਜਿਹਾ ਪੁੱਤ ਸੀਗਾ ਹੀ ਨਹੀਂ ਕਦੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਯੋਗਰਾਜ ਸਿੰਘ ਜੀ ਤੇ ਨਵਜੋਤ ਸਿੰਘ ਸਿੱਧੂ, ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਇੱਕ ਚਿੱਠੀ ਲਿਖੀ ਗਈ ਹੈ, ਅਮਰੀਕਾ ਤੋਂ ਚਿੱਠੀ ਆਈ ਹੈ ਜੀ, ਅਟਰਨੀ ਐਟ ਲਾਅ ਜਸਪ੍ਰੀਤ ਸਿੰਘ ਜੀ ਵੱਲੋਂ ਲਿਖੀ ਗਈ ਹੈ ਔਨ ਬਿਹਾਫ ਆਫ ਕਈ ਸੰਸਥਾਵਾਂ, ਕਈ ਕਲੱਬਸ, ਕਈ ਗੁਰੂ ਘਰ, ਕਈ
ਵੱਡੇ NRI ਪੰਜਾਬੀ ਲੀਡਰਸ, ਕਈ ਬਿਜ਼ਨਸਮੈਨਾਂ ਦੇ ਬਿਹਾਫ ਤੇ ਲਿਖੀ ਗਈ ਹੈ ਉਹ ਚਿੱਠੀ। ਤੇ ਮੇਰੇ ਖਿਆਲ ਦੇ ਵਿੱਚ ਹੁਣ ਇਹ ਸਹੀ ਮੌਕਾ ਹੈ ਜੇ ਨਵਜੋਤ ਸਿੰਘ ਸਿੱਧੂ ਵੱਡਾ ਐਲਾਨ ਕਰ ਦੇਣ ਤਾਂ, ਕਿਉਂਕਿ ਕਈ ਲੋਕ ਅਜਿਹੇ ਨੇ ਜੋ ਪੀ ਕੇ ਤੇ ਖਾ ਕੇ ਬੈਠੇ ਹੋਏ ਨੇ, ਕਰੋੜਾਂ ਰੁਪਇਆ ਲੈ ਕੇ ਪਹਿਲਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਨ ਦੇ ਲਈ। ਪਰ ਪੰਜਾਬ ਫਿਰ ਤੋਂ, ਜਿਵੇਂ ਮੈਂ ਪਹਿਲਾਂ ਕਿਹਾ ਹੈ, ਉਡੀਕ ਕਰ ਰਿਹਾ ਹੈ ਇੱਕ ਸਫਲ ਨਵੇਂ ਸੂਰਜ ਦੀ, ਤੇ ਉਹ ਸੂਰਜ ਕੌਣ ਬਣੇਗਾ ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।